ਸਿਆਸਤ ਅਨਿਸ਼ਚਿਤਤਾਵਾਂ ਦੀ ਗੇਮ ਹੁੰਦੀ ਹੈ ਤਾਂ ਅਕਸਰ ਕਿਹਾ ਜਾਂਦਾ ਹੈ। ਪਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਪੰਜਾਬ ਵਿਚਲੇ ਗੱਠਜੋੜ ਦੇ ਉੱਤੇ ਜਿੱਦਾਂ ਸੰਭਾਵਿਤ ਗੱਠਜੋੜ ਦੇ ਉੱਤੇ ਜਿੱਦਾਂ ਖਤਰੇ ਦੇ ਬੱਦਲ ਮੰਡਰਾ ਰਹੇ ਆ ਨਾ, ਉਹਨੂੰ ਵੇਖ ਕੇ ਤੇ ਸੱਚਮੁੱਚ ਹੀ ਇਹ ਅਨਿਸ਼ਚਿਤਤਾਵਾਂ ਦੀ ਗੇਮ ਲੱਗਦੀ ਹੈ। ਇਹ ਮਾਮਲਾ ਕਿੰਨੇ ਦਿਨਾਂ ਦਾ ਫਸਿਆ ਪਿਆ ਸੀਗਾ ਕਿ ਇਹ ਦੋਨੇ ਧਿਰਾਂ ਚਾਹੁੰਦੀਆਂ ਨੇ ਕਿ ਨਹੀਂ ਚਾਹੁੰਦੀਆਂ, ਔਰ ਮੁੱਢਲੇ ਤੌਰ ਤੇ ਜੇ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਕੋਈ ਇਤਰਾਜ਼ ਨਹੀਂ, ਪੰਜਾਬ ਦੇ ਕਾਂਗਰਸੀ ਲੱਤਾਂ ਛੜੀਆਂ ਜਿਹੀਆਂ ਮਾਰੀ ਜਾਂਦੇ ਸੀ। ਹੁਣ ਗੱਲ ਪਹੁੰਚ ਗਈ ਸਿਖਰ ਤੇ। ਗੱਲ ਇੱਥੋਂ ਨਹੀਂ ਤੁਰੀ, ਗੱਲ ਤੁਰਦੀ ਹੈ ਜਾ ਕੇ ਪੱਛਮੀ ਬੰਗਾਲ 'ਚ, ਕੇਰਲ ਦੇ ਵਿੱਚ। ਦਿੱਲੀ ਤੇ ਪੰਜਾਬ ਉਹਦੇ ਨਾਲ ਜਿੱਦਾਂ ਡੀਲੇ ਨੂੰ ਵੀ ਝੋਨੇ ਦੇ ਪੱਜ ਪਾਣੀ ਆ ਜਾਂਦਾ, ਇਸ ਕਰਕੇ ਇਦਾਂ ਦੀ ਸਥਿਤੀ ਇੱਥੇ ਬਣਦੀ ਹੈ। ਸੋ ਕੁਝ ਐਸੀਆਂ ਕੰਕਰੀਟ ਸੂਚਨਾਵਾਂ ਔਰ ਕੁਝ ਕੰਕਰੀਟ ਐਸੇ ਐਵੀਡੈਂਸ ਨੇ ਜਿਨ੍ਹਾਂ ਦੇ ਚੱਲਦਿਆਂ ਇੰਜ ਕਲੀਅਰ ਹੋ ਰਿਹਾ ਕਿ ਇਹ ਗੱਠਜੋੜ ਸੀਟਾਂ ਦੀ ਵੰਡ ਦੇ ਨਜ਼ਰੀਏ ਤੋਂ ਘੱਟੋ ਘੱਟ ਬਿਲਕੁਲ ਨਹੀਂ ਹੋਣ ਜਾ ਰਿਹਾ। ਸੋ ਪਹਿਲੀ ਨਜ਼ਰੇ ਇੰਜ ਕਿਉਂ ਲੱਗ ਰਿਹਾ ਤੇ ਇਹਦੇ ਉੱਤੇ ਜਾਂਦੇ ਆ। ਵੈਸੇ ਸਰਕਾਰ ਦੀ ਪੰਜਾਬ ਦੇ ਵਿੱਚ ਜਿਹੜੀ ਵਰਕਿੰਗ ਹੈ ਇਹਦੇ ਉੱਤੇ ਲਗਾਤਾਰ ਕਸ਼ਮਕਸ਼ ਚ ਚੱਲਦੀ ਰਹਿੰਦੀ ਹੈ। ਇੱਕ ਖਬਰ ਜਿਹੜੀ ਆਮ ਤੌਰ ਤੇ ਵਿਰੋਧੀਆਂ 'ਚ ਹੁੰਦੀ ਆ ਔਰ ਸਿਆਸਤਦਾਨਾਂ 'ਚ ਹੁੰਦੀ ਆ, ਇੱਕ ਖਬਰ ਬਿਊਰੋਕਰੇਟਸ ਦੇ ਵਿੱਚ ਹੁੰਦੀ ਆ, ਅਫਸਰਸ਼ਾਹੀ ਦੇ ਅੰਦਰ ਚੱਲਦੀ ਰਹਿੰਦੀ ਆ। ਮਤਲਬ ਸੱਤਾ ਦੀਆਂ ਉਹ ਤੰਗ ਜੀਆਂ ਭੀੜੀਆਂ ਜੀਆਂ ਗਲੀਆਂ ਜਿਨ੍ਹਾਂ ਨੂੰ ਦੂਰੋਂ ਬੈਠ ਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਮੋਕਲੀਆਂ ਵੇਖਦੇ ਹੋ ਨਾ, ਸੋ ਉੱਥੇ ਜਿਹੜੀਆਂ ਕਨਸੋਆਂ ਨੇ ਕਿ ਕਿੰਨੇ ਕੁ ਅਫਸਰ ਵੇਲੇ ਬਿਠਾ ਲਏ, ਕਿੰਨਿਆਂ ਨੂੰ ਨਵੀਂ ਪੋਸਟਿੰਗ ਮਿਲ ਗਈ, ਗੁਰਮੀਤ ਸਿੰਘ ਚੌਹਾਨ ਦਾ ਕੀ ਬਣਿਆ, ਬਾਕੀ ਜਿਨ੍ਹਾਂ ਨਾਲ ਪੰਗੇਬਾਜ਼ੀਆਂ ਹੋਈਆਂ ਉਹਨਾਂ ਦਾ ਕੋਈ ਸਿਰ ਮੂੰਹ ਬਣਿਆ ਕਿ ਨਹੀਂ। ਸੋ ਜਦੋਂ ਡੀਕੇ ਤਿਵਾੜੀ ਜਿਹੜੇ ਕਿ ਪ੍ਰਿੰਸੀਪਲ ਸੈਕਟਰੀ ਸੀ ਪੰਚਾਇਤ ਵਿਭਾਗ ਦੇ, ਜਿਹਨੂੰ ਕਮਿਸ਼ਨਰ ਵੀ ਕਹਿੰਦੇ ਆ ਜੀ ਡਿਵੈਲਪਮੈਂਟ ਦੇ, ਸੋ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਬਹਾਲ ਕਰਨ ਦੀ ਫਾਈਲ ਕਲੀਅਰ ਕਰਤੀ। ਆਰਡਰ ਕਿੱਥੇ ਨੇ, ਉਹਨਾਂ ਨੂੰ ਕਦੋਂ ਲਾਇਆ ਜਾਊਗਾ, ਕਿੱਥੇ ਲਾਇਆ ਜਾਊਗਾ। ਕਿੰਨੇ ਸਾਰੇ ਅਫਸਰ ਜਿਨ੍ਹਾਂ ਨੂੰ ਪੋਸਟਿੰਗ ਮਿਲੀ ਨਹੀਂ, ਵੱਡੇ ਅਫਸਰ ਨੇ ਖਾਲੀ ਬੈਠੇ ਨੇ, ਕਿੰਨੇ ਸਾਰੇ ਨੇ ਜਿਹੜੇ ਓਵਰਬਰਡਨ ਨੇ। ਮੈਂ ਖਰਬੰਦਾ ਸਾਹਿਬ ਬਾਰੇ ਸੁਣ ਰਿਹਾ ਸੀ ਮੁੱਖ ਮੰਤਰੀ ਦੇ ਮੂੰਹੋਂ ਵੀ ਸਾਡੇ ਖਰਬੰਦਾ ਸਾਹਿਬ ਬੈਠੇ ਨੇ, ਉਹ ਕੋਈ ਕਿਸੇ ਕੈਟਲ ਫੀਡ ਦੇ ਸ਼ੁਰੂਆਤੀ ਸ਼ੁਭ ਸ਼ਗਨ ਤੇ ਗਏ ਸੀਗੇ। ਹੁਣ ਖਰਬੰਦਾ ਸਾਹਿਬ ਕੋਲ 3-4 ਮਹਿਕਮੇ ਨੇ, ਹੋ ਸਕਦਾ ਕਿ ਉਹ ਇਨਸਾਫ ਹੀ ਨਾ ਕਰ ਪਾਉਂਦੇ ਹੋਣ, ਹੋ ਸਕਦਾ ਜ਼ਿਆਦਾ ਹੀ ਕਾਬਲ ਹੋਣ। ਸੋ ਸਮਝਦੇ ਆ ਕਿ ਕਿਹੜੇ ਇਹੋ ਜਿਹੇ ਅਫਸਰ ਆ ਜਿਨ੍ਹਾਂ ਕੋਲ ਬਹੁਤ ਕੰਮ ਹੈ, ਜਿਨ੍ਹਾਂ ਕੋਲ ਕੰਮ ਹੈ ਹੀ ਨਹੀਂ। ਇਹ ਦੋਵੇਂ ਧਰਾਵਾਂ 'ਚ ਕਿਉਂ ਨਹੀਂ ਪੋਸਟਿੰਗ ਮਿਲ ਰਹੀਆਂ, ਸਰਕਾਰ ਕੀ ਚਾਹੁੰਦੀ ਕੀ ਆ, ਇਹ ਸਾਰੇ ਸਵਾਲ ਨੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਆਪਾਂ ਜਿਹੜੀ ਸਭ ਤੋਂ ਭਖਵੀਂ ਖਬਰ ਮੰਨੀ ਜਾਂਦੀ ਹੈ ਕਿ 24 ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਬੰਧਨ ਸੀਟਾਂ ਦੀ ਵੰਡ ਹੋਊਗੀ, ਇਹਦੇ ਤੇ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਸਾਨੂੰ ਇੱਕ ਸੱਤਾ ਦੇ ਉਹਨਾਂ ਵਿੰਗੇ ਟੇਢੇ ਰਾਹਾਂ ਥਾਣੀ ਲੈ ਕੇ ਜਾਇਓ। ਕੀ ਬਣ ਰਿਹਾ ਡੀਕੇ ਤਿਵਾੜੀ ਦਾ, ਗੁਰਪ੍ਰੀਤ ਸਿੰਘ ਖਹਿਰਾ ਲਈ ਤਾਂ ਅਜੇ ਕੋਈ ਆਰਡਰ ਨਹੀਂ ਹੈ, ਲੇਕਿਨ ਜਿੰਨਾ ਚਿਰ ਪੋਸਟਿੰਗ ਨਹੀਂ ਮਿਲਦੀ, ਪਰ ਤੁਹਾਡਾ ਇਹ ਵੀ ਗੱਲ ਤਰਕ ਬੜਾ ਵਧੀਆ ਕਿ ਪੋਸਟਿੰਗ ਤੇ ਕਈਆਂ ਨੂੰ ਨਹੀਂ ਮਿਲਦੀ। ਸੋ ਸਾਰੀਆਂ ਗੱਲਾਂ ਨੂੰ ਘੁੰਮ ਘੁਮਾ ਕੇ ਦੱਸਿਓ ਵੀ ਕਿਹਦੇ ਤੇ ਨਜ਼ਰ ਦੀ ਮਿਹਰ ਹੋ ਜਾਂਦੀ ਆ ਔਰ ਕੌਣ ਕੰਨੀ ਦੇ ਕਿਆਰੇ ਵਾਂਗ ਸੁੱਕਾ ਰਿਹਾ। ਕੀ ਕਹਿੰਦੇ ਰੰਧਾਵਾ ਸਾਹਿਬ? ਵੈਸੇ ਤਾਂ ਅਫਸਰਾਂ ਨੂੰ ਪੋਸਟਿੰਗ ਦੇਣਾ ਜਾਂ ਨਾ ਦੇਣਾ, ਖੁੱਡੇ ਲਾਈਨ ਪੋਸਟਿੰਗ ਤੇ ਲਗਾਉਣਾ, ਇਹ ਮਤਲਬ ਕੋਈ ਐ ਨਹੀਂ ਕਿ ਪਹਿਲੀ ਵਾਰ ਹੋ ਰਿਹਾ। ਸਾਰੀਆਂ ਸਰਕਾਰਾਂ 'ਚ ਇਹ ਹੁੰਦਾ ਹੀ ਹੈ, ਜਿਹੜੇ ਵੀ ਸੱਤਾਰੂੜ ਹੈ, ਕਿਉਂਕਿ ਤਕਰੀਬਨ ਸਾਰੇ ਸੱਤਾਰੂੜ ਪਾਰਟੀਆਂ ਜਿਹੜੀਆਂ ਨੇ ਇਹ ਚਾਹੁੰਦੀਆਂ ਹੀ ਹੁੰਦੀਆਂ ਨੇ ਕਿ ਅਫਸਰ ਜਿਹੜੇ ਹੈਗੇ ਆ ਉਹਨਾਂ ਦੇ ਮਨ ਮਾਫਿਕ ਕੰਮ ਕਰਨ। ਮੈਂ ਇਨਵਰਟਡ ਕੌਮਿਆਂ 'ਚ ਲਗਾ ਰਿਹਾ ਮਨ ਮਾਫਿਕ ਨੂੰ, ਕਿ ਮਨ ਮਾਫਿਕ ਅਗਰ ਕੰਮ ਨਹੀਂ ਕਰਦੇ ਤਾਂ ਫਿਰ ਉਹ ਖੁੱਡੇ ਲਾਈਨ ਹੀ ਲੱਗਣਗੇ। ਸੋ ਤੁਸੀਂ ਠੀਕ ਕਿਹਾ, ਡੀਕੇ ਤਿਵਾੜੀ ਔਰ ਜਿਹੜਾ ਗੁਰਪ੍ਰੀਤ ਖਹਿਰਾ ਹੋਰਾਂ ਦਾ ਮਾਮਲਾ ਹੈ, ਪਿਛਲੇ 1 ਮਹੀਨੇ ਤੋਂ ਸਸਪੈਂਡ ਚੱਲੇ ਆ ਰਹੇ ਦੋਨੋਂ। ਮੈਂ ਤੈਨੂੰ 3 ਦਿਨ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਕਿਹਾ ਸੀਗਾ ਕਿ ਜਿਹੜਾ ਡੀਕੇ ਤਿਵਾੜੀ ਨੂੰ ਤਾਂ ਤਕਰੀਬਨ ਉਹਨਾਂ ਨੇ ਫਾਈਨਲ ਕਰ ਲਿਆ ਕਿ ਇਹਦਾ ਬਹਾਲ ਕਰ ਦੇਣਗੇ, ਆਪਾਂ 3 ਦਿਨ ਪਹਿਲਾਂ ਕਿਹਾ ਸੀਗਾ, ਔਰ ਉਹ ਹੋ ਵੀ ਗਿਆ। ਸੀਐਮ ਨੇ ਉਹਨਾਂ ਦੀ ਫਾਈਲ ਕਲੀਅਰ ਕਰਤੀ ਹੈ। ਲੇਕਿਨ ਹਜੇ ਗੁਰਪ੍ਰੀਤ ਖਹਿਰਾ ਹੋਣੀ ਫਸੇ ਹੋਏ ਨੇ ਉਸੇ ਤਰ੍ਹਾਂ ਹੀ, ਕਿਉਂਕਿ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀਗੀ ਕਿ ਡੀਕੇ ਤਿਵਾੜੀ ਕਿਉਂਕਿ ਉਸ ਦਿਨ ਬਾਹਰ ਸੀ, ਔਰ ਸੀਐਮ ਇਸ ਗੱਲ ਤੋਂ ਜ਼ਿਆਦਾ ਨਾਰਾਜ਼ ਹੈ ਕਿ ਫਾਈਲ ਲੀਕ ਕਿਵੇਂ ਹੋਈ। ਕੋਰਟਾਂ ਦੇ ਵਿੱਚ ਮਤਲਬ ਜਿੱਤ ਹਾਰ ਲੱਗੀ ਰਹਿੰਦੀ ਹੈ, ਕਿਰਕਰੀਆਂ ਸਰਕਾਰਾਂ ਦੀਆਂ ਹੁੰਦੀਆਂ ਰਹਿੰਦੀਆਂ, ਪਹਿਲਾਂ ਵੀ ਕਈ ਮਾਮਲਿਆਂ 'ਚ ਹੋਈਆਂ, ਲੇਕਿਨ ਬਹੁਤ ਘੱਟ ਇਹੋ ਜਿਹਾ ਮੌਕਾ ਹੁੰਦਾ ਹੈ ਕਿ ਆਫੀਸ਼ੀਅਲ ਫਾਈਲਾਂ ਲੀਕ ਹੋ ਜਾਣ। ਖਾਸ ਤੌਰ ਤੇ ਇਹੋ ਜਿਹੇ ਮਾਮਲੇ ਜਿਹੜੇ ਬਹੁਤ ਗੰਭੀਰ ਨੇ, ਜਿਨ੍ਹਾਂ 'ਚ ਸਰਕਾਰ ਦੀ ਇੰਨੀ ਕਿਰਕਰੀ ਹੋਵੇ, ਉਹ ਮਾਮਲਾ ਠੀਕ ਉਸ ਤੋਂ ਅਗਲੇ ਦਿਨ ਹੀ ਇੰਨੀ ਬੁਰੀ ਤਰ੍ਹਾਂ ਮਤਲਬ ਜਿਵੇਂ ਸਾਰੀਆਂ ਫਾਈਲਾਂ ਬਾਹਰ ਆਈਆਂ ਨੇ, ਉਸ ਤੋਂ ਮੁੱਖ ਮੰਤਰੀ ਬਹੁਤ ਨਾਰਾਜ਼ ਸੀ। ਔਰ ਇਸ ਕਰਕੇ ਵੀ ਜਿਹੜੀ ਅਫਸਰਸ਼ਾਹੀ, ਜਿਹੜੇ ਅਫਸਰ ਮਤਲਬ ਇਸ ਗੱਲ ਨੂੰ ਲੱਗੇ ਹੋਏ ਸੀ ਕਿ ਸਾਨੂੰ ਐਡਾ ਵੱਡਾ ਫੈਸਲਾ ਨਹੀਂ ਲੈਣਾ ਚਾਹੀਦਾ ਕਿ ਇੱਕ ਐਡੀਸ਼ਨਲ ਚੀਫ ਸੈਕਟਰੀ ਰੈਂਕ ਦੇ ਬੰਦੇ ਨੂੰ ਆਪਾਂ ਸਸਪੈਂਡ ਕਰੀਏ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਲੋਕਾਂ ਦੀ ਸਾਰਿਆਂ ਦੀ
ਵਕਾਲਤ ਕਰ ਰਹੇ ਹੋ। ਇਹ ਚੀਫ ਮਿਨਿਸਟਰ ਨੇ ਕਿਹਾ ਆਪਣੇ ਉਹਨਾਂ ਕਲੋਜ਼ ਆਫਿਸਰਾਂ ਨੂੰ, ਉਹਨੇ ਕਿਹਾ ਵੀ ਇੱਕ ਪਾਸੇ ਤੁਸੀਂ ਇਹਨਾਂ ਸਾਰੇ ਬੰਦਿਆਂ ਦੀ ਮਤਲਬ ਤੁਸੀਂ ਉਹ ਕਹਿੰਦੇ ਹੋ ਵੀ ਇਹਨਾਂ ਨੂੰ ਨਹੀਂ ਸਸਪੈਂਡ ਕਰਨਾ ਚਾਹੀਦਾ, ਤੁਸੀਂ ਦੇਖ ਲਓ ਕਿ ਫਾਈਲਾਂ ਕਿਵੇਂ ਲੀਕ ਹੋ ਰਹੀਆਂ ਨੇ। ਇਹਦਾ ਮਤਲਬ ਇਹ ਹੈ ਕਿ ਜਾਣਬੁੱਝ ਕੇ ਲੀਕ ਕੀਤੀਆਂ ਜਾ ਰਹੀਆਂ ਨੇ। ਸੋ ਜਿਹੜਾ ਉਹਨਾਂ ਨੂੰ ਬਹਾਲ ਕਰਨ ਦਾ ਫੈਸਲਾ ਹੈ ਉਹ ਇਸੇ ਕਰਕੇ ਹੀ ਹੋਇਆ ਹੈ ਕਿ ਡੀਕੇ ਤਿਵਾਰੀ ਉਸ ਟਾਈਮ ਇੱਥੇ ਨਹੀਂ ਸੀ, ਉਹ ਆਊਟ ਆਫ ਕੰਟਰੀ ਸੀ। ਆਪਾਂ ਪਹਿਲਾਂ ਵੀ ਇਹ ਡਿਸਕਸ ਕਰ ਚੁੱਕੇ ਹਾਂ, ਦੁਬਾਰਾ ਇਹਨੂੰ ਡਿਸਕਸ ਨਹੀਂ ਕਰਦੇ। ਉਹ ਬਾਹਰ ਸੀ, ਖਹਿਰਾ ਸਾਹਿਬ ਇੱਥੇ ਸੀ, ਤੇ ਇਹ ਜਿਹੜਾ ਸਾਰਾ ਨਜ਼ਲਾ ਹੈ ਮੈਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਹੀ ਗਿਰਿਆ, ਤੇ ਵੀ ਉਹਨਾਂ ਨੂੰ ਜਿਹੜਾ ਨਵੇਂ ਉਹ ਗਈ ਹੈ ਸੀਐਮ ਦੇ ਆਰਡਰਸ 'ਚ ਗਏ ਆ, ਉਹਨਾਂ ਦੀ ਸਸਪੈਂਸ਼ਨ ਅੱਗੇ ਵਧਾਉਣ ਦੀ ਗਈ ਹੋਈ ਹੈ। ਸੋ ਜਿਹੜੀ ਦੂਜੀ ਗੱਲ ਹੈ ਕਿ ਬਹਾਲ ਤਾਂ ਆਫੀਸ਼ੀਅਲ ਆਰਡਰ ਹੋਣਗੇ ਉਦੋਂ ਹੋਣਾ ਹੈ, ਉਸ ਤੋਂ ਬਾਅਦ ਤੁਸੀਂ ਪੋਸਟਿੰਗ ਦੀ ਗੱਲ, ਪੋਸਟਿੰਗ ਤਾਂ ਜਿਹੜੇ 1 ਮਹੀਨਾ ਪਹਿਲਾਂ ਜਿਨ੍ਹਾਂ ਦੇ ਆਰਡਰ ਹੋਏ ਸੀ ਟ੍ਰਾਂਸਫਰ ਦੇ, ਅਜੇ ਤਾਂ ਉਹਨਾਂ ਨੂੰ ਵੀ ਨਹੀਂ ਮਿਲੀ ਹੈਗੀ ਹੈ। ਉਹਨਾਂ ਚੋਂ PWD ਸੈਕਟਰੀ ਨੀਲਕੰਠ ਵਾਹਦ ਅਵਧ ਜਿਹੜੇ ਹੈਗੇ ਆ, ਉਹ ਹਜੇ ਤੱਕ 1 ਮਹੀਨੇ ਤੋਂ ਖਾਲੀ ਬੈਠੇ ਆ, ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਮਿਲੀ। ਫਿਰ ਮਨਜੀਤ ਬਰਾੜ, ਉਹ ਜਿਨ੍ਹਾਂ ਨੂੰ PSIEC ਦਾ MD ਲਗਾਇਆ ਸੀ, ਉਹ ਵੀ ਜਿਹੜੇ ਹੈਗੇ ਆ ਖਾਲੀ ਬੈਠੇ ਆ। ਇਸ ਤੋਂ ਇਲਾਵਾ ਨਯਨ ਜਿਹੜੇ ਹੈਗੇ ਆ PCS ਅਫਸਰ ਹੈਗੇ ਆ, ਹੋਰ ਕਈ ਅਫਸਰ ਨੇ ਜਿਨ੍ਹਾਂ ਇਹਨਾਂ ਦੀ ਲੰਬੀ ਫਹਿਰਿਸਤ ਹੈ, ਮੇਰੇ ਕੋਲ 10-12 ਅਫਸਰ ਨੇ ਜੇ ਮੈਂ ਕਹਾਂ ਕਿ ਉਹ ਹਜੇ ਤੱਕ ਖਾਲੀ ਬੈਠੇ ਆ। ਗੁਰਮੀਤ ਚੌਹਾਨ ਹੋਣੀ ਤੁਸੀਂ ਦੇਖੋ, ਪਰਸੋਂ ਚੌਥੇ ਉਹਨਾਂ ਦੇ ਆਰਡਰ ਹੋਏ ਆ, ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ। ਜਿਹੜੇ ਵੀ ਉੱਥੋਂ ਟ੍ਰਾਂਸਫਰ ਕੀਤੇ ਉਹਨਾਂ ਨੂੰ ਪੋਸਟਿੰਗਾਂ ਨਹੀਂ ਮਿਲੀਆਂ। ਸਵਾਲ ਇਸ ਗੱਲ ਦਾ ਹੈ ਕਿ ਪੋਸਟਿੰਗਾਂ ਦਿੱਤੀਆਂ ਕਿਉਂ ਨਹੀਂ ਜਾ ਰਹੀਆਂ। ਜਿੱਥੇ ਤੱਕ ਤਾਂ ਉਹ ਸਵਾਲ ਨੇ, ਜਿਹੜੇ ਬੰਦੇ ਸਰਕਾਰ ਦਾ ਆਖਾ ਨਹੀਂ ਲੱਗਦੀ ਉਹਨਾਂ ਨੂੰ ਤਾਂ ਦੇਖੋ ਇਸ ਕਿਸਮ ਦਾ ਸਰਕਾਰਾਂ ਮਤਲਬ ਖੁੱਡੇ ਲਾਈਨ ਪੋਸਟਾਂ ਲਗਾ ਕੇ ਜਾਂ ਇਹ ਜਿਹੀਆਂ ਪੋਸਟਾਂ ਜਿੱਥੇ ਕੋਈ ਕੰਮ ਨਹੀਂ ਹੁੰਦਾ ਉੱਥੇ ਲਾ ਕੇ ਅੱਗੇ ਉਹ ਕੱਢ ਦਿੰਦੀਆਂ ਸੀ, ਆਪਣਾ ਮਤਲਬ ਗੁੱਸਾ ਕੱਢ ਲੈਂਦੀਆਂ ਸੀ। ਪਰ ਇੱਥੇ ਹੁਣ ਦਿੱਕਤ ਇਹ ਆ ਰਹੀ ਹੈ ਕਿ ਪੋਸਟਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ। ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ, ਅਜੋਏ ਸ਼ਰਮਾ ਨੂੰ ਦੇਖੋ ਤੁਸੀਂ, ਕਿੰਨਾ ਟਾਈਮ ਤੱਕ ਉਹਨਾਂ ਨੂੰ ਲਗਭਗ 2-3 ਮਹੀਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਮਿਲੀ। ਸੋ ਹੁਣ ਦੂਜੇ ਪਾਸੇ ਜੇ ਆਪਾਂ ਇੱਕ ਹੋਰ ਦੇਖੀਏ, ਕੈਪ ਸਿਨਹਾ, ਉਹਨਾਂ ਕੋਲੇ FCR FCD 2 ਪਾਵਰਫੁਲ ਮਹਿਕਮੇ ਜਿਹੜੇ ਨੇ, ਮਤਲਬ ਮੈਨੂੰ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਦੇਖੀਏ ਤਾਂ ਸਭ ਤੋਂ ਪਾਵਰਫੁਲ ਮਹਿਕਮੇ ਹੁੰਦੇ ਨੇ, ਜਿਨ੍ਹਾਂ ਦੇ ਥੱਲੇ 8-8 9-9 IAS ਅਫਸਰ ਵੀ ਹੈਗੇ ਨੇ। ਉਹ ਮਹਿਕਮਿਆਂ ਦੇ ਵਿੱਚ ਦੋਨੋਂ ਇੱਕੋ ਬੰਦੇ ਕੋਲੇ ਹੈ। ਉਹਨੂੰ ਕਿਵੇਂ ਜਸਟੀਫਾਈ ਕਰਦੇ ਹੋਣੇ ਆਪਣੇ ਕੰਮ ਕਰਨ ਨੂੰ ਤੁਸੀਂ ਸਹਿਜ ਅੰਦਾਜ਼ਾ ਲਗਾ ਸਕਦੇ ਹੋ। DPS ਖਰਬੰਦਾ ਦਾ ਤੁਸੀਂ ਖੁਦ ਹੀ ਨਾਂ ਲਿੱਤਾ ਹੈਗਾ, ਉਹਨਾਂ ਕੋਲ ਡਾਇਰੈਕਟਰ ਇੰਡਸਟਰੀਜ਼, CEO ਇਨਵੈਸਟਮੈਂਟ ਬਿਊਰੋ, ਡਾਇਰੈਕਟਰ ਮਾਈਨਿੰਗ, ਇਹ ਸਾਰੇ ਇੰਪੋਰਟੈਂਟ ਮਹਿਕਮੇ ਨੇ। ਇਹ ਤਿੰਨੋਂ ਇੱਕੋ ਹੀ ਬੰਦੇ ਕੋਲ ਹੈ। ਹੁਣ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜਾ ਕੱਲਾ CEO ਇਨਵੈਸਟ ਪੰਜਾਬ ਹੈ, ਉਹਨੂੰ ਤਾਂ ਇੰਨੀ ਭੱਜ ਨੱਠ ਕਰਨੀ ਪੈਂਦੀ ਹੈ, ਕਦੀ ਬੰਬੇ ਜਾ, ਕਦੀ ਮਦਰਾਸ ਜਾ ਕੇ ਲੋਕਾਂ ਨੂੰ ਮਨਾ, ਮਤਲਬ ਕਾਫੀ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ। ਸੋ ਉਹ ਬੰਦੇ ਵੀ ਕੋਲੇ ਜੇ ਤੁਸੀਂ ਡਾਇਰੈਕਟਰ ਮਾਈਨਿੰਗ ਵਾਲਾ ਵੀ ਦੋਗੇ, ਡਾਇਰੈਕਟਰ ਇੰਡਸਟਰੀ ਵਾਲਾ ਵੀ ਦੋਗੇ, ਤਾਂ ਉਹ ਕਿਵੇਂ ਇਹਨੂੰ ਜਸਟੀਫਾਈ ਕਰ ਸਕਣਗੇ? ਇਹ ਉਹਨਾਂ ਕੋਲ ਟੈਕਨੀਕਲ ਐਜੂਕੇਸ਼ਨ ਵੀ ਉਹਨਾਂ ਕੋਲ ਹੈ ਜੀ। ਮੈਂ ਉਹੀ ਕਹਿ ਰਿਹਾ ਵੀ ਤੁਸੀਂ ਦੇਖੋ ਨਾ ਵੀ ਇੱਕੋ ਹੀ ਬੰਦੇ ਕੋਲ ਅਗਰ 3-4 ਮਹਿਕਮੇ ਹੋਣਗੇ ਤਾਂ ਕਿਵੇਂ ਜਸਟੀਫਾਈ ਕਰੇਗਾ ਆਪਣੀ ਕਿਸੇ ਵੀ ਪੋਸਟ ਨੂੰ। ਤੇ ਜਦੋਂ ਆਪਾਂ ਫਿਰ ਉਹਨਾਂ ਤੋਂ ਰਿਜ਼ਲਟ ਮੰਗਾਂਗੇ ਵੀ ਜੀ ਤੁਹਾਨੂੰ ਲਾਇਆ ਸੀ ਤੇ ਤੁਸੀਂ ਤੁਹਾਡੇ ਹੁੰਦੇ ਹੋਏ ਕੁਝ ਹੋਇਆ ਤਾਂ ਹੈ ਨਹੀਂ, ਤੁਹਾਡਾ ਮਹਿਕਮਾ ਤਾਂ ਉੱਥੇ ਹੀ ਖੜਾ ਹੈ, ਤਾਂ ਆਪਾਂ ਕਿਵੇਂ ਇਹ ਉਹਨਾਂ ਤੋਂ ਇੱਕ ਤਰ੍ਹਾਂ ਦਾ ਰਿਜ਼ਲਟ ਲਵਾਂਗੇ ਕਿਵੇਂ? ਯਾਨੀ ਕਿ ਮੈਨੂੰ ਲੱਗਦਾ ਕਿ ਕਿਸੇ CM ਨੂੰ ਅਧਿਕਾਰ ਹੀ ਨਹੀਂ ਹੈ ਕਿ ਉਸ ਬੰਦੇ ਤੋਂ ਰਿਜ਼ਲਟ ਮੰਗੇ, ਕਿਉਂਕਿ ਜਦੋਂ ਪਤਾ ਹੈ ਕਿ ਮੈਂ ਤਾਂ ਉਹਨੂੰ ਓਵਰਲੋਡ ਕਰ ਰੱਖਿਆ। ਇਸੇ ਤਰ੍ਹਾਂ ਹੀ ਤੁਸੀਂ ਦੇਖੋ, ਅਗਰ ਅਸੀਂ ਗੁਰਕੀਰਤ ਕਿਰਪਾਲ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਕੋਲ ਵੀ ਫੂਡ ਐਂਡ ਸਪਲਾਈ ਡਿਪਾਰਟਮੈਂਟ ਉਹਨਾਂ ਕੋਲੇ ਹੈ, ਮਾਈਨਿੰਗ ਡਿਪਾਰਟਮੈਂਟ ਉਹਨਾਂ ਕੋਲੇ ਹੈ, ਹੋਮ ਡਿਪਾਰਟਮੈਂਟ ਉਹਨਾਂ ਕੋਲੇ ਹੈ। ਸੋ ਜਦੋਂ 3-3 ਮਹਿਕਮੇ ਔਰ ਇੰਨੇ ਵੱਡੇ, ਹੁਣ ਜਦੋਂ ਕਿ ਪੈਡੀ ਦਾ ਸੀਜ਼ਨ ਸਮਝੋ ਅੱਜ ਤੋਂ ਸਟਾਰਟ ਹੋ ਗਿਆ, ਅੱਜ 1 ਅਕਤੂਬਰ ਹੈ, ਅੱਜ ਤੋਂ ਪੈਡੀ ਦਾ ਸੀਜ਼ਨ ਸਟਾਰਟ ਹੋ ਗਿਆ। ਸਟਾਰਟ ਵੇਲੇ ਉਹਨਾਂ ਦਾ ਕੰਮ ਉਹਨਾਂ ਕੋਲੇ ਕੰਮ ਨਹੀਂ ਹੁੰਦਾ। ਤੁਸੀਂ ਕਹੋ ਵੀ ਹੁਣ ਸਟਾਰਟ ਹੋ ਗਿਆ ਤਾਂ ਸ਼ਾਇਦ ਹੁਣ ਕੰਮ ਉਹਨਾਂ ਕੋਲ ਬਹੁਤ ਵੱਧ ਗਿਆ ਹੋਵੇ, ਉਹਨਾਂ ਕੋਲੇ ਤਾਂ ਉਸ ਤੋਂ ਪਹਿਲਾਂ ਕੰਮ ਬਹੁਤ ਹੁੰਦਾ ਹੈ। ਸਾਰਾ ਬਾਰਦਾਨੇ ਦਾ ਇੰਤਜ਼ਾਮ ਕਰਨਾ, CCL ਲਿਮਿਟ ਦਾ ਇੰਤਜ਼ਾਮ ਕਰਨਾ, ਉਸ ਤੋਂ ਇਲਾਵਾ ਜਿਹੜੇ ਮੰਡੀਆਂ ਬਣਾਉਣੀਆਂ, ਜਿਹੜੇ ਸ਼ੈਲਰ ਨੇ ਉਹ ਜਿਹੜੇ ਬਲੈਕ ਲਿਸਟਡ ਨੇ ਉਹਨਾਂ ਨੂੰ ਬਾਹਰ ਕਰਨਾ, ਇੰਨਾ ਜ਼ਿਆਦਾ ਕੰਮ ਹੁੰਦਾ ਕਿ ਇਸ ਟਾਈਮ ਤੱਕ ਤਾਂ ਉਹਨਾਂ ਨੂੰ ਜਿਹੜਾ ਪਿਛਲਾ 1 ਜਾਂ 1.5 ਮਹੀਨਾ ਹੁੰਦਾ ਉਸ 'ਚ ਤਾਂ ਉਹਨਾਂ ਨੂੰ ਸਿਰ ਖੁਰਕਣ ਦੀ ਵੀ ਵੇਲ ਨਹੀਂ ਹੁੰਦੀ। ਔਰ ਉਸ ਦੌਰਾਨ ਤੁਸੀਂ ਦੇਖੋ ਵੀ ਉਹ ਹੋਮ ਡਿਪਾਰਟਮੈਂਟ ਵੀ ਚਲਾ ਰਹੇ ਨੇ ਔਰ ਮਾਈਨਿੰਗ ਡਿਪਾਰਟਮੈਂਟ ਵੀ ਚਲਾ ਰਹੇ ਨੇ। ਮਾਈਨਿੰਗ ਇਸ ਟਾਈਮ ਸਭ ਤੋਂ ਜ਼ਿਆਦਾ ਹੌਟ ਕੇਕ ਬਣਿਆ ਹੋਇਆ ਇਸ ਸਟੇਟ ਵਾਸਤੇ, ਅੱਜ ਤੋਂ ਨਹੀਂ ਪਿਛਲੇ ਕਈ ਸਮੇਂ ਤੋਂ ਹੌਟ ਕੇਕ ਬਣਿਆ ਹੋਇਆ। ਉਸ ਤੇ ਕਿੰਨੀ ਜ਼ਿਆਦਾ ਸਰਕਾਰ ਦੀ ਜਿਹੜੀ ਵੀ ਸਰਕਾਰ ਰਹੀ ਹੈ, ਚਾਹੇ ਉਹ ਅਕਾਲੀ ਦਲ ਰਿਹਾ ਹੋਵੇ, ਚਾਹੇ ਕਾਂਗਰਸ ਰਹੀ ਹੋਵੇ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤਿੰਨੋਂ ਸਰਕਾਰਾਂ ਹੀ
ਕਟਘਰੇ 'ਚ ਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾ ਅਵੈਧ ਮਾਈਨਿੰਗ ਨੂੰ ਲੈ ਕੇ। ਹੁਣ ਤਾਜ਼ਾ ਆਪਾਂ ਗੁਰਮੀਤ ਚੌਹਾਨ ਦੀ ਇਸੇ ਗੱਲੋਂ ਉਹਨੂੰ ਹਟਾਇਆ ਗਿਆ। ਉਸ ਤੋਂ ਪਹਿਲਾਂ ਕੱਲ ਭਾਸਕਰ ਸਾਹਿਬ ਨੇ ਦੱਸਿਆ ਸੀ ਕਿ ਨਿੰਬਲੇ ਸਾਹਿਬ ਨੂੰ ਐਸਐਸਪੀ ਨੂੰ ਹਟਾਇਆ ਗਿਆ। ਉਸ ਤੋਂ ਪਹਿਲਾਂ ਰੋਪੜ ਦੇ ਐਸਐਸਪੀ ਨੂੰ ਹਾਈ ਕੋਰਟ ਤੋਂ ਝਾੜ ਝੰਬ ਹੋਈ ਉਹਨਾਂ ਦੀ। ਤੁਸੀਂ ਦੇਖੋ ਵੀ ਇਹ ਜਦੋਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਵੀ ਕਿੰਨਾ ਓਵਰਬਰਡਨਡ ਨੇ ਇਹ ਬੰਦੇ, ਔਰ ਇੱਕ ਪਾਸੇ ਇਹ ਜਿਹੇ ਆਫੀਸਰ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਔਰ ਇੱਕ ਮਹੀਨੇ ਤੋਂ ਉਹ ਆਰਾਮ ਨਾਲ ਘਰ ਬੈਠੇ। ਜੀ, ਸਵਾਲ ਬਿਲਕੁਲ ਠੀਕ ਹੈ। ਇੱਕ ਬੜੀ ਸੰਕੀਰਣ ਜੀ ਸੋਚ ਵਾਲੀ ਗੱਲ ਮੈਂ ਕਰੂੰਗਾ, ਕਰਨੀ ਨਹੀਂ ਚਾਹੀਦੀ, ਮੈਨੂੰ ਲੱਗਦਾ ਛੋਟੇਪਣ ਦੀ ਨਿਸ਼ਾਨੀ ਹੋਊਗੀ। ਪਰ ਇਹ ਦੋ ਅਫਸਰ ਗੁਰਕੀਰਤ ਕਿਰਪਾਲ ਔਰ ਡੀਪੀਐਸ ਖਰਬੰਦਾ ਇਸ ਖਿੱਤੇ ਦੀ ਬਹੁ ਗਿਣਤੀ ਦੇ ਤਰਜਮਾਨ ਵੀ ਲੱਗਦੇ ਆ। ਇਹ ਦੋਨੇ ਸਾਬਤ ਸੂਰਤ ਵੀ ਨੇ। ਸੋ ਮੈਨੂੰ ਲੱਗਦਾ ਕਿ ਜੇ ਕੋਈ ਸਿੱਖ ਅਫਸਰ ਲੱਭ ਕੇ ਸਭ ਤੋਂ ਮੂਹਰਲੀਆਂ ਸਭਾਵਾਂ 'ਚ ਲਿਆਉਣੇ ਹੋਣ ਤਾਂ ਲਿਆਓਗੇ ਵੀ ਕਿੰਨੇ ਕਿਤੇ ਕਿਹੜੇ ਲਿਆਂਦੇ ਜਾ ਸਕਦੇ ਆ। ਪਿੱਛੇ ਐਵੇਂ ਹਾਸੇ ਠੱਠੇ 'ਚ ਗੱਲ ਹੁੰਦੀ ਸੀ ਇਹਨਾਂ ਘੇਰਿਆਂ 'ਚ ਵੀ ਮੁੱਖ ਮੰਤਰੀ ਸਾਹਿਬ ਦੀ ਇੱਛਾ ਸੀ ਕਿ ਪਹਿਲੀਆਂ 2-3 ਪੋਸਟਾਂ ਦੇ ਵਿੱਚੋਂ ਕੋਈ 1-2 ਕੋਈ ਸਰਦਾਰ ਲਿਆਓ ਵਧੀਆ ਲੱਭ ਕੇ, ਤੇ ਉਦੋਂ ਫਿਰ ਸਾਰੇ ਟਾਰਚ ਟੂਰਚ ਲੈ ਕੇ ਲੱਭਦੇ ਫਿਰਦੇ ਰਹੇ। ਭਾਸਕਰ ਸਾਹਿਬ ਕੁਝ ਕਹਿਣਾ ਜੀ ਇਹਨਾਂ ਮਾਮਲਿਆਂ ਤੇ? ਬਿਲਕੁਲ, ਜਦ ਇੰਦਰਪ੍ਰੀਤ ਉਹਨਾਂ ਗੱਲ ਕਹਿ ਰਹੇ ਸੀ ਕਿ ਬਹੁਤ ਸਾਰੇ ਅਫਸਰ ਖੁੱਡੇ ਲਾਈਨ ਲਾਏ ਹੋਏ ਨੇ, ਉਹਨਾਂ ਖੁੱਡੇ ਲਾਈਨ ਕੀ ਹੁੰਦੀ ਹੈ ਔਰ ਜਿਹੜੇ ਵਿਅਕਤੀਆਂ ਨੂੰ ਓਵਰਬਰਡਨ ਕੀਤਾ ਹੋਇਆ, ਕਿਉਂਕਿ ਸ਼ਬਦ ਇਹਨਾਂ ਨੇ ਦੋ ਯੂਜ਼ ਕੀਤੇ, ਇੱਕ ਖੁੱਡੇ ਲਾਈਨ, ਇੱਕ ਕਹਿੰਦੇ ਵੀ ਕਈ ਅਫਸਰਾਂ ਨੂੰ ਓਵਰਬਰਡਨ ਕੀਤਾ ਹੈ। ਜਿਨ੍ਹਾਂ ਨੂੰ ਓਵਰਬਰਡਨ ਕੀਤਾ ਉਹ ਖੁਸ਼ ਨੇ, ਉਹਨਾਂ ਕੋਲ 3 ਮਹਿਕਮੇ 4 ਮਹਿਕਮੇ 5 ਮਹਿਕਮੇ ਨੇ ਤੇ ਉਹਨਾਂ ਦੀ ਇੰਪੋਰਟੈਂਸ ਉਨੀ ਜੀ ਵੱਧਦੀ ਹੈ। ਇਹ ਮਲਾਈ ਦਾ ਜ਼ਿਕਰ ਕਰਨਾ ਭੁੱਲ ਗਏ ਕਿ ਵੀ ਮਲਾਈਦਾਰ ਮਹਿਕਮੇ ਕਿਹਨੂੰ ਮਿਲੇ ਨੇ, ਕਿਉਂਕਿ ਅਕਸਰ ਮਲਾਈਦਾਰ ਸੀਟਾਂ ਮਿਲਣੀ ਉਹ ਕਿਸੇ ਵੀ ਅਫਸਰ ਵਾਸਤੇ ਬੜੀ ਇੰਪੋਰਟੈਂਟ ਹੁੰਦੀ ਹੈ। ਹੁਣ ਖੁੱਡੇ ਲਾਈਨ ਦੇ ਵਿੱਚ ਬੇਸਿਕਲੀ ਤੇ ਮੌਜਾ ਕੰਮ ਕਰਨ ਵਾਲਾ ਬੰਦਾ ਹੋਏ ਔਰ ਅਗਰ ਉਹਨੂੰ ਆਪਣਾ ਘਰ ਬੱਚਿਆਂ ਨੂੰ ਧਿਆਨ ਦੇਣ ਦੇ ਵਾਸਤੇ ਮੌਕਾ ਮਿਲ ਜਾਏ ਤਾਂ ਕਈ ਵਾਰ ਅਫਸਰ ਖੁਸ਼ ਵੀ ਹੁੰਦੇ ਨੇ। ਪਰ ਚਲੋ ਇਹ ਗੱਲ ਤਾਂ ਇਹਨਾਂ ਦੀ ਠੀਕ ਹੈ ਕਿ ਵੀ ਹੁਣ ਇੱਕ ਅਫਸਰ 7-7 4-4 ਡਿਪਾਰਟਮੈਂਟ ਲੈ ਕੇ ਬੈਠਿਆ ਹੋਇਆ ਹੈ, ਇੱਕ ਵਿਚਾਰਾ ਖੁੱਡੇ ਲਾਈਨ ਲਾਇਆ ਹੋਇਆ। ਖੁੱਡੇ ਲਾਈਨ ਦੀ ਡੈਫੀਨੇਸ਼ਨ ਕਦੀ ਸ਼ੇਅਰ ਕਦੀ ਦੇਣ ਦੀ ਲੋੜ ਪਈ ਤੇ ਆਪਾਂ ਦੇਵਾਂਗੇ। ਬਾਕੀ ਸਾਡੇ ਦਰਸ਼ਕ ਸਾਰੇ ਸਮਝਦੇ ਨੇ ਕਿ ਖੁੱਡੇ ਲਾਈਨ ਦਾ ਮਤਲਬ ਕੀ ਹੈ ਔਰ ਇੰਪੋਰਟੈਂਟ ਪੋਸਟ ਦਾ ਮਲਾਈ ਵਾਲੇ ਮਹਿਕਮੇ ਦਾ ਮਤਲਬ ਕੀ ਹੈ। ਖੈਰ ਇਹ ਆਪਾਂ ਪਰਿਭਾਸ਼ਾ ਅੱਜ ਨਹੀਂ ਦੇਣੀ ਕਿਉਂਕਿ ਸਾਡਾ ਨੁਕਤਾ ਹੈ ਨਹੀਂ। ਪਰ ਉਂਝ ਇੰਦਰਪ੍ਰੀਤ ਜੀ ਇੱਕ ਲਾਸਟ ਲਾਈਨ ਦੱਸਿਓ ਮੈਨੂੰ ਵੀ ਖਹਿਰਾ ਸਾਹਿਬ ਵੀ ਆਪਣੇ ਆਪ ਹੀ ਬਹਾਲ ਤਾਂ ਹੋ ਹੀ ਗਏ ਆ, ਵੱਖਰੀ ਗੱਲ ਉਹਨਾਂ ਨੂੰ ਜੇ ਪੋਸਟਿੰਗ ਨਹੀਂ ਦੇਣੀ ਨਾ ਦਿਓ, ਜਾਂ ਉਹਨਾਂ ਸੰਬੰਧੀ ਕੇਂਦਰ ਨੂੰ ਲਿਖਿਆ ਗਿਆ ਹੋਊਗਾ ਕੁਝ ਔਰ ਉਹਨਾਂ ਦੀ ਸਸਪੈਂਸ਼ਨ ਤੇ ਪੱਕੀ ਮੋਹਰ ਲੱਗੀ, ਕੀ ਕਹਿੰਦੇ? ਬਿਲਕੁਲ, ਉਹਨਾਂ ਨੂੰ ਹਜੇ ਉਹਨਾਂ ਦਾ ਕੇਸ ਨਹੀਂ ਬਹਾਲੀ ਵਾਲਾ ਹੋਇਆ ਨਹੀਂ ਹੈ। ਇਹ ਮੈਨੂੰ ਸੂਚਨਾ ਹੈਗੀ ਹੈ ਮੇਰੇ ਕੋਲੇ ਕਿ ਉਹਨਾਂ ਨੂੰ ਨਹੀਂ ਹਜੇ ਬਹਾਲ ਕੀਤਾ, ਉਹਨਾਂ ਦੀ ਸਸਪੈਂਸ਼ਨ ਅੱਗੇ ਵਧਾਉਣ ਵਾਸਤੇ ਲਿਖਿਆ ਨਹੀਂ। ਲੇਕਿਨ ਜੇਕਰ 30 ਦਿਨਾਂ ਦੇ ਵਿੱਚ ਸਰਕਾਰ ਵੱਲੋਂ ਕੇਂਦਰ ਨਾਲ ਕੋਈ ਖਤੋ ਕਿਤਾਬਤ ਨਾ ਹੋਈ ਹੋਵੇ ਤਾਂ ਕੁਦਰਤੀ ਤੌਰ ਤੇ ਉਹ ਬਹਾਲ ਆਪਣੇ ਆਪ ਸਮਝੇ ਜਾਂਦੇ। ਨਹੀਂ, ਮੇਰਾ ਖਿਆਲ ਹੈ ਕਿ ਉਹਨਾਂ ਦਾ ਪੂਰਾ ਕੇਸ ਬਣਾ ਕੇ ਭੇਜਿਆ ਹੋਇਆ ਉੱਥੇ, ਤੇ ਇਸ ਕਰਕੇ ਸ਼ਾਇਦ ਉਹਨਾਂ ਦੀ ਹਜੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਉਹਨਾਂ ਦੇ ਬਾਰੇ ਬਕਾਇਦਾ ਇਹ ਲਿਖ ਕੇ ਭੇਜਿਆ ਗਿਆ ਕਿ ਇਹਨਾਂ ਦੀ ਸਸਪੈਂਸ਼ਨ ਅੱਗੇ ਹੋਰ ਵਧਾਈ ਜਾਏ। ਬਿਲਕੁਲ ਠੀਕ ਹੈ, ਆਪਾਂ ਚੱਲਦੇ ਹਾਂ ਅੱਗੇ। ਭਾਸਕਰ ਸਾਹਿਬ, ਸਵਾਲ ਇਹ ਬਹੁਤ ਅਹਿਮ ਆ ਕਿ ਇਸ ਖਿੱਤੇ ਵਿੱਚ ਜਿਹੜੀ ਸਿਆਸਤ ਹੈ ਉਹ ਕਿਸ ਦਿਸ਼ਾ 'ਚ ਜਾਊਗੀ। ਮਤਲਬ 24 ਤੋਂ ਪਹਿਲਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਸੇਮ ਸਫੇ ਤੇ ਹੋਣਗੀਆਂ ਕਿ ਨਹੀਂ ਹੋਣਗੀਆਂ। ਅੱਜ ਵੀ ਮੈਂ ਹੁਣ ਤੋਂ ਥੋੜੀ ਦੇਰ ਪਹਿਲਾਂ ਬਾਜਵਾ ਨੂੰ ਸੁਣ ਰਿਹਾ ਸੀ, ਉਹਨਾਂ ਨੇ ਉਹ ਕਿਸੇ ਜਗ੍ਹਾ ਤੇ ਭਾਸ਼ਣ ਦੇ ਰਹੇ ਸੀਗੇ ਔਰ ਉਹ ਬਹੁਤ ਸਖਤ ਨੁਕਤਾਚੀਨੀ ਗਵਰਨਮੈਂਟ ਦੀ ਕਰ ਰਹੇ ਸੀ। ਕੱਲ ਉਹਨਾਂ ਦਾ ਜਿਹੜਾ ਪ੍ਰੈਸ ਨੋਟ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਇਹਨਾਂ ਨੇ ਏਅਰਕ੍ਰਾਫਟ ਲਿਆ ਹੋਇਆ ਉਹਦੇ ਦਿੱਲੀ 'ਚ ਖੜੇ ਰਹਿਣ ਦੀ ਗੱਲ, ਉਹਦੇ ਤੇ ਇੰਨਾ ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ ਖਰਚ ਹੋਣ ਦੀ ਗੱਲ, ਮਤਲਬ ਇਹ ਕਾਫੀ ਜ਼ੋਰਦਾਰ ਹਮਲੇ ਵਿਰੋਧੀ ਧਿਰ ਵਾਂਗ ਕਰ ਰਹੇ ਨੇ ਸਾਰੇ। ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਸੀਂ ਸੁਣ ਲਓ, ਚੰਨੀ ਸਾਹਿਬ ਨੂੰ ਸੁਣ ਲਓ, ਸਿਰਫ ਸਿੱਧੂ ਨੂੰ ਛੱਡ ਕੇ ਬਾਕੀ ਸਾਰੇ ਅੱਗੇ ਨਾਲੋਂ ਟੋਨ ਤਿੱਖੀ ਕਰ ਗਏ ਹੋਇਆ। ਲੇਕਿਨ ਸਰਕਾਰ ਵੀ ਕੋਈ ਘੱਟ ਨਹੀਂ ਕਰ ਰਹੀ। ਸਰਕਾਰ ਦਾ ਜਿਹੜਾ ਖਹਿਰੇ ਤੇ ਹਮਲਾ ਜਾਂ ਬਾਕੀ ਜਿਸ ਤਰ੍ਹਾਂ ਉਹ ਕੋਈ ਇਹ ਸੰਕੇਤ ਤਾਂ ਕਰ ਹੀ ਨਹੀਂ ਸੀ ਰਿਹਾ ਵੀ ਇਹਨਾਂ ਦੇ ਵਿੱਚ ਸਬੰਧ ਅੱਛੇ ਨੇ, ਸੁਖਾਵੇਂ ਨੇ, ਮਤਲਬ ਕਿਸੇ ਸਮਝੌਤੇ ਜਾਂ ਸੀਟਾਂ ਦੀ ਵੰਡ ਵੱਲ ਵੱਧਦੇ ਪਏ ਲੱਗ ਨਹੀਂ ਸੀ ਰਿਹਾ। ਪਰ ਜਿਹੜੀ ਲੇਟੈਸਟ ਖਬਰ ਆ ਰਹੀ ਹੈ ਕਿ ਪੰਜਾਬ ਦੇ ਕਾਂਗਰਸੀ ਇਕੱਠੇ ਤੌਰ ਤੇ ਇੱਕ ਵਾਰੀ ਆਪਣੀ ਹਾਈ ਕਮਾਂਡ ਨੂੰ ਫਿਰ ਕਹਿ ਰਹੇ ਆ ਕਿ ਇਹੋ ਜਿਹੀ ਸਥਿਤੀ 'ਚ ਸਾਨੂੰ ਤੁਸੀਂ ਨਾਲ ਰਲਣ ਨੂੰ ਕਹਿੰਦੇ ਹੋ, ਸਾਡੀ ਮਾੜੀ ਮੋਟੀ ਜਿਹੜੀ ਕੋਈ ਇਮੇਜ ਬਚੀ ਆ ਉਹ ਵੀ ਖੁਰ ਜਾਊਗੀ ਤੇ ਅਸੀਂ ਇੱਥੇ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ। ਸੀਟ ਤਾਂ ਕੀ ਆ, ਨਾ ਇਹਨਾਂ ਨੂੰ ਮਿਲਣੀ ਆ ਨਾ ਸਾਨੂੰ ਮਿਲਣੀ। ਹੁਣ ਇਸ ਵੇਲੇ ਉਹ ਪਲੀ ਲੈ ਰਹੇ ਆ ਕਿ ਇਹਨਾਂ ਨੂੰ ਵੀ ਕੱਖ ਨਹੀਂ ਮਿਲਣੀ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੀ ਇੱਕ ਸਮਝ ਬਣੀ ਪਈ ਆ। ਇਹ ਕਾਂਗਰਸੀ ਦਾਅਵਾ ਕਰ ਰਿਹਾ ਔਰ ਉਹਦੇ ਕਾਰਨ ਅਸੀਂ ਵੀ ਹੁੰਜੇ ਜਾਵਾਂਗੇ। ਇਸੇ ਦਰਮਿਆਨ ਦੇ ਵਿੱਚ ਸਾਰੇ ਦੇਸ਼ ਦੀ ਰਾਜਨੀਤੀ ਦੇ ਗੱਠਜੋੜਾਂ ਦਾ ਜਿਹੜਾ ਰੌਲਾ ਹੈ, ਮੈਂ ਤੁਹਾਡੇ ਤੋਂ ਸਮਝਣਾ ਹੈ ਕਿ ਭਾਜਪਾ ਦੇ 2 ਪ੍ਰਦੇਸ਼ਾਂ 'ਚ ਸਭ ਤੋਂ ਵੱਡੇ ਬੰਦੇ ਕਿਉਂ ਫਿਰ ਉਤਾਰੇ ਜਾ ਰਹੇ ਆ। ਪਰ
ਪੱਛਮੀ ਬੰਗਾਲ 'ਚ ਜਿਹੜੇ ਕਾਮਰੇਡਾਂ ਦੀ ਸਿੱਧੀ ਨਾ ਕਰਨ ਤੋਂ ਬਾਅਦ ਵੀ ਅਸੀਂ ਗੱਠਜੋੜ ਜਾਂ ਸੀਟਾਂ ਦੀ ਵੰਡ ਤੇ ਮਮਤਾ ਨਾਲ ਨਹੀਂ ਜਾ ਸਕਦੇ। ਹੁਣ ਪੱਛਮੀ ਬੰਗਾਲ ਦੇ ਰੌਲਿਆਂ ਨੇ, ਕੇਰਲ ਦੇ ਰੌਲਿਆਂ ਨੇ ਪੰਜਾਬ ਦੇ ਕਾਂਗਰਸੀਆਂ ਨੂੰ ਬਲ ਦੇ ਦਿੱਤਾ ਹੈ ਕਿ ਸਾਨੂੰ ਵੱਖਰੇ ਲੜ ਲੈਣ ਦਿਓ। ਮਤਲਬ ਆਮ ਆਦਮੀ ਪਾਰਟੀ ਜਿਹੜੀ ਸਿਰਫ 2 ਜਗ੍ਹਾ ਤੇ ਸਰਵਾਈਵ ਕਰ ਰਹੀ ਆ, ਪੰਜਾਬ ਤੇ ਦਿੱਲੀ ਦੇ ਵਿੱਚ, ਜੇਕਰ ਕੱਲ ਨੂੰ ਇਸ ਗੱਲ ਤੇ ਸਹਿਮਤੀ ਬਣ ਜਾਂਦੀ ਆ ਗੱਠਜੋੜ ਦੀ ਵਿੱਚ, ਕੋਆਰਡੀਨੇਸ਼ਨ ਕਮੇਟੀ ਦੇ ਵਿੱਚ, ਕਿ ਹਾਂ ਬਈ ਲੜ ਲਓ, ਇਹਨੂੰ ਬਾਅਦ ਦੇ ਵਿੱਚ ਰੱਖ ਲਾਂਗੇ, ਇਲੈਕਸ਼ਨ ਤੋਂ ਬਾਅਦ ਦੇ ਵਿੱਚ ਅਸੀਂ ਜਿੰਨੀਆਂ ਸੀਟਾਂ ਜਿੱਤ ਕੇ ਆਉਣਗੀਆਂ ਉਹ ਸਾਡੀਆਂ ਹੀ ਨੇ। ਇਹਨਾਂ ਸਾਰੇ ਸੂਬਿਆਂ ਦੇ ਵਿੱਚ ਦਿੱਲੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਕੋਈ ਬਹੁਤਾ ਜ਼ਿਆਦਾ ਕੁਝ ਹੈ ਤਾਂ ਹੈ ਨਹੀਂ। ਸੋ ਜੇ ਆਪਸ ਵਿੱਚ ਹੀ ਲੜਨਾ ਹੈ, ਘੱਟੋ ਘੱਟ ਆਪਣਾ ਆਧਾਰ, ਆਪਣੀਆਂ ਪਾਰਟੀਆਂ ਦਾ ਆਧਾਰ ਬਚਿਆ ਰਹਿਣ ਦੀਏ। ਇਹ ਨਾ ਹੋਵੇ ਕਿ ਅਸੀਂ ਇਕੱਠੇ ਹੋਈਏ ਤੇ ਸਾਡੀ ਮੁੱਖ ਵਿਰੋਧੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਬਣ ਜੇ, ਪੰਜਾਬ ਵਿੱਚ ਉਹ ਅਕਾਲੀਆਂ ਨਾਲ ਰਲ ਜੇ, ਦਿੱਲੀ ਦੇ ਵਿੱਚ ਉਹ ਵੈਸੇ ਮੁੱਖ ਬਣ ਜੇ। ਸੋ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਮੈਨੂੰ ਲੱਗਦਾ ਕਿ ਇਹ ਸੀਟਾਂ ਦੀ ਵੰਡ ਵਾਲਾ ਮਾਮਲਾ ਕਿਤੇ ਦੂਰ ਖਟਾਈ 'ਚ ਪੈਂਦਾ ਦਿਸਦਾ। ਜਿੱਥੇ ਤੱਕ ਇੰਡੀਆ ਬਲਾਕ ਦੀ ਗੱਲ ਕਰੀਏ, ਦੇਖੋ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਬਿਲਕੁਲ ਝੰਡਾ ਚੱਕਿਆ ਹੋਇਆ ਹੈ ਵੀ ਇਹਨਾਂ ਦੀ ਤੇ ਆਪਾਂ ਸ਼ਕਲ ਨਹੀਂ ਦੇਖਣਾ ਚਾਹੁੰਦੇ, ਕੋਈ ਅਲਾਈਅੰਸ ਨਹੀਂ ਹੋਏਗਾ। ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਕੱਲ ਵੀ ਇੱਕ ਮੈਣਾ ਪ੍ਰਤਾਪ ਸਿੰਘ ਬਾਜਵਾ ਨੂੰ ਮਾਰਿਆ ਕਿ ਜਿਹੜੇ ਲੋਕ, ਜਿਹੜੇ ਸਾਡੇ ਲੀਡਰ, ਸੀਨੀਅਰ ਲੀਡਰ, 3 ਲੀਡਰਾਂ ਦੀ ਉਹਨਾਂ ਨੇ ਗੱਲ ਕੀਤੀ ਹੈ, ਜਿਹੜੇ ਅਪੋਜ਼ ਕਰ ਰਹੇ ਨੇ ਇਸ ਤਰੀਕੇ ਦੇ ਗਠਬੰਧਨ ਨੂੰ, ਉਹਨਾਂ ਨੂੰ ਚਾਹੀਦਾ ਹੈ ਕਿ ਜੇ ਇਹ ਗਠਬੰਧਨ ਹੋ ਗਿਆ ਤੇ ਫਿਰ ਉਹ ਇਲੈਕਸ਼ਨ ਨਾ ਲੜਨ ਔਰ ਟਿਕਟ ਦੀ ਮੰਗ ਨਾ ਕਰਨ, ਆਮ ਵਰਕਰਾਂ ਨੂੰ ਇੱਕ ਮੌਕਾ ਦੇਣ ਤਾਂ ਕਿ ਉਹ ਟਿਕਟ ਲੜ ਸਕਣ। ਅੱਜ ਹੁਣੇ ਘੰਟੇ 1.5 ਘੰਟੇ ਪਹਿਲੇ ਸਿੱਧੂ ਉਹਨਾਂ ਨੇ ਵੀ ਇੱਕ ਟਵੀਟ ਛੱਡਿਆ, ਉਹ ਕਹਿੰਦੇ ਵੱਡਾ ਪਹਾੜ ਹੈਗਾ ਇੰਡੀਆ ਬਲਾਕ, ਔਰ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਇਹ ਜਿਹੜੇ ਆਉਣ ਵਾਲੇ 2024 ਦੇ ਇਲੈਕਸ਼ਨ ਹੈ ਉਹ ਪ੍ਰਾਈਮ ਮਿਨਿਸਟਰ ਨੂੰ ਚੁਣਨ ਵਾਸਤੇ ਹੋ ਰਹੇ ਨੇ, ਨਾ ਕਿ ਚੀਫ ਮਿਨਿਸਟਰ ਨੂੰ ਚੁਣਨ ਵਾਸਤੇ। ਇਸ ਕਰਕੇ ਇਹ ਅਲਾਈਅੰਸ ਦੇਸ਼ ਹਿੱਤ ਵਾਸਤੇ ਬਹੁਤ ਜ਼ਰੂਰੀ ਹੈ। ਉੱਥੇ ਇੰਡੀਆ ਅਲਾਈਅੰਸ ਦੇ ਲੀਡਰਾਂ ਨੇ ਇਸ ਅਲਾਈਅੰਸ ਦੀ ਕੜਾਈ ਤੇ ਰੱਖਦੀ ਹੈ, ਪਰ ਕੜਾ ਨਹੀਂ ਬਣ ਰਿਹਾ। ਕਾਰਨ ਕਿ ਉਹਦੇ ਵਿੱਚੋਂ ਕਦੀ ਕੋਈ ਆ ਪੰਜਾਬ ਦਾ ਰੋਲਾ, ਅਸੀਂ ਪੰਜਾਬ ਵਿੱਚ ਬੈਠੇ ਹਾਂ ਤੇ ਅਸੀਂ ਰੋਜ਼ ਸੁਣਨੇ ਆ। ਤੁਸੀਂ ਇਹ ਦੇਖੋ ਕਿ ਸਾਡੇ ਤੋਂ ਜ਼ਿਆਦਾ ਵੱਡਾ ਰੋਲਾ ਤੇ ਵੈਸਟ ਬੰਗਾਲ ਦੇ ਵਿੱਚ ਹੈ, ਕੇਰਲ ਦੇ ਵਿੱਚ। ਤੇ ਬਾਜਵਾ ਸਾਹਿਬ ਤੇ ਕਹਿੰਦੇ ਇਹਨਾਂ ਦੇ ਨਾਲ ਤੇ ਆਪਾਂ ਅੱਖ ਨਹੀਂ ਮਿਲਾ ਸਕਦੇ, ਬੈਠ ਨਹੀਂ ਸਕਦੇ। ਕੇਰਲਾ ਦੇ ਵਿੱਚ ਤੇ ਇਸ ਤਰ੍ਹਾਂ ਦੇ ਬੁਰੇ ਹਾਲਾਤ ਨੇ ਕਿ ਕਾਂਗਰਸ ਔਰ ਅਗਰ ਲੈਫਟ ਪਾਰਟੀ ਮਿਲ ਜਾਂਦੀ ਹੈ ਤੇ ਨੁਕਸਾਨ ਦੋਨਾਂ ਪੋਲੀਟੀਕਲ ਪਾਰਟੀਆਂ ਨੂੰ ਹੁੰਦਾ ਹੈ। ਤੁਹਾਡੀ ਗੱਲ ਠੀਕ ਹੋ ਸਕਦੀ ਹੈ ਕਿ ਅੱਗੇ ਚੱਲ ਕੇ ਕੋਈ ਏਦਾਂ ਦਾ ਸਮਝੌਤਾ ਜਿਹਾ ਨਿਕਲੇ ਕਿ ਜਿੱਥੇ ਬੀਜੇਪੀ ਮਜ਼ਬੂਤ ਹੈ ਉੱਥੇ ਤੇ ਅਲਾਈਅੰਸ ਕਰ ਲਈਏ, ਜਿੱਥੇ ਬੀਜੇਪੀ ਕੋਈ ਮਜ਼ਬੂਤੀ ਦੇ ਵਿੱਚ ਨਹੀਂ ਹੈ ਤੇ ਉਹਨੂੰ ਮਜ਼ਬੂਤ ਕਰਨ ਵਾਸਤੇ ਜੇ ਵੱਖ-ਵੱਖ ਤੌਰ ਤੇ ਇਲੈਕਸ਼ਨ ਲੜਿਆ ਜਾਏ ਤੇ ਸ਼ਾਇਦ ਫਾਇਦਾ ਹੋ ਸਕਦਾ ਹੈ। ਪਰ ਜਦ ਇਹ ਗੱਲਾਂ ਵੀ ਤੁਰਦੀ ਹੈ ਤੇ ਫਿਰ ਜਦ ਕੜਾਈ ਦੇ ਵਿੱਚੋਂ ਕੁਝ ਸਮਾਨ ਤੁਸੀਂ ਪਹਿਲਾਂ ਹੀ ਕੱਢ ਕੇ ਰੱਖ ਲਓ ਤੇ ਫਿਰ ਕੜਾ ਬਣਨਾ ਬੜਾ ਔਖਾ ਹੁੰਦਾ, ਕਿਉਂਕਿ ਸਾਰੀ ਰੈਸਿਪੀ ਦੇ ਵਿੱਚ ਜਦ ਤੱਕ ਪੂਰਾ ਸਮਾਨ ਨਹੀਂ ਪੈਂਦਾ ਨਾ ਤਦ ਤੱਕ ਉਹ ਅਲਾਈਅੰਸ ਨਹੀਂ ਕਹਿੰਦਾ। ਇਸ ਗੱਲ ਨੂੰ ਵੀ ਅੱਗੇ ਚੱਲ ਕੇ बीजेपी ने सियासी स्टेजा तो उठाना भी आता है अलायंस। भाई दिल्ली अलायंस हो गया, सपोज बॉर्डर क्रॉस किया, हरियाणा दे विच अलायंस नहीं, फिर पंजाब क्रॉस किया, तो मतलब इस तरीके का अलायंस चल नहीं पाता। बड़ा मुश्किल होंदा है कि एक अलायंस के 2 फेसेस बनाने, या तो अलायंस होएगा हजे तक के अलायंस दे विच तुसीं ये देखो कि किहड़े सूबे दे विच यह पंगा नहीं हैगा। बिहार दे विच वैस्ट बंगाल यानी ममता बनर्जी उन्हां भी बिहार दे विच कुछ सीटां दे उत्ते अख गाड़ के बैठी है। दूजे पासे जिहड़े अखिलेश यादव हैगे ने वो भी हरियाणा दे विच 1-2 सीटां लड़ना चाहते हैं, और आम आदमी पार्टी कांग्रेस वो भी हरियाणा दे विच इलैक्शन लड़ सकदी। ते वंडण वास्ते समान घट है, बंदे बड़े आ गए, हुण किहनूं की दईए यह बड़ा औखा हैगा। इस करके यह अलायंस या सीट शेयरिंग या तो होएगी या बिल्कुल नहीं होएगी। यह पॉसिबिलिटी कि कई सूबियां दे विच यह अलायंस ना होए और कई सूबियां दे विच हो जाए है बड़ा औखा काम। कर गए तो फिर इन्हां दी बल्ले बल्ले हैगी है, पर उस तरीके दे अलायंस दे विच भी इन्हां नूं क्रिटिसिज्म भाजपा दा सामना करना पएगा। हुण भाजपा दी भी गल कर लईए लगे हाथों, क्योंकि इंडिया की गल करते कल भास्कर साहब इसे करके प्रधानमंत्री साहब ने भी साफ करता कि मैं अगले साल फिर आके किसी प्रोग्राम च सीगे वो कहंदे अगले साल मैं फिर आ रहा। सो पहला भी उन्होंने जदों पार्लीमेंट दे विच सी उदों अमित शाह ने कहता, ਹੁਣ ਪ੍ਰਧਾਨ ਮੰਤਰੀ ਸਾਹਿਬ ਦੱਸ ਰਹੇ ਨੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੈ ਕਿ ਲੜਾਈ ਜਿਹੜੀ ਆ ਏਡੇ ਸੌਖਿਆਂ ਮੇਰੇ ਖਿਲਾਫ ਜਿੱਤ ਨਹੀਂ ਸਕਣੇ। ਇਹ ਵੰਡ ਦੀ ਲੱਕੜੀ ਇਹ ਜ਼ਰੂਰ ਅੱਗੇ ਜਾ ਕੇ ਟੁੱਟੂਗੀ, ਕਿਤਨਾ ਕਿਤੇ ਵੰਡ ਹੋ ਜਾਊਗੀ। ਸੋ ਜੇਕਰ ਇਹ ਸੰਗਠਿਤ ਤੌਰ ਤੇ ਲੜਾਈ ਲੜਨਾ ਚਾਹੁੰਦੇ ਤੇ ਇਹਨਾਂ ਨੂੰ ਇਕੱਠੇ ਹੋਣਾ ਪੈਣਾ। ਪਰ ਕਈ ਵਾਰੀ ਤੁਸੀਂ ਦਿੱਲੀ ਦੇ ਵਿੱਚ ਕਿਹਾ ਵੀ ਦਿੱਲੀ 'ਚ ਇਕੱਠੇ ਹੋ ਜਾਣਗੇ, ਦਿੱਲੀ 'ਚ ਵੀ ਇਕੱਠੇ ਹੋਣ ਦੀ ਗੁੰਜਾਇਸ਼ ਘੱਟ ਆ। ਵੈਸੇ ਜੇ ਆਮ ਆਦਮੀ ਪਾਰਟੀ ਠੀਕ ਸਮਝੇ ਤਾਂ ਹੁਣ ਤੱਕ ਉਥੋਂ ਇੱਕ ਵੀ ਪਾਰਲੀਮੈਂਟ ਦੀ ਸੀਟ ਜਿੱਤ ਕੇ ਨਹੀਂ ਆਏ। ਲੇਕਿਨ ਪੰਜਾਬ ਦੇ ਵਿੱਚ ਵੀ ਜੇ ਕੱਲ ਨੂੰ ਸੱਤਾ ਦੇ ਵਿੱਚ ਹੁੰਦਿਆਂ ਮੰਨ ਲਓ
ਆਮ ਆਦਮੀ ਪਾਰਟੀ ਸੱਤਾ 'ਚ ਰਹਿੰਦਿਆਂ ਜੇ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੀ ਹੈ, ਜਿਵੇਂ ਲੋਕਾਂ ਦੇ ਵਿੱਚ ਅਸੰਤੋਸ਼ ਫੈਲ ਰਿਹਾ, ਤਾਂ ਫਿਰ ਉਹਨਾਂ ਲਈ ਅਗਲੇ 3 ਸਾਲ ਰਾਜ ਕਰਨਾ ਥੋੜਾ ਜਿਹਾ ਟਫ ਹੋ ਜਾਊਗਾ, ਵਿਰੋਧੀਆਂ ਦੇ ਡੰਗ ਜ਼ਿਆਦਾ ਤਿੱਖੇ ਹੋ ਜਾਣਗੇ। ਹੁਣ ਤੁਸੀਂ ਗੱਲ ਅੱਗੇ ਵਧਾ ਲਓ। ਜੇ ਗੱਲ ਕਰੀਏ ਸੀਟ ਸ਼ੇਅਰਿੰਗ ਦੀ, ਤਾਂ ਉਹ ਕਿਸੇ ਨਾ ਕਿਸੇ ਫਾਰਮੂਲੇ ਦੇ ਆਧਾਰ ਦੇ ਉੱਤੇ ਹੁੰਦੀ ਹੈ। ਜੇ ਆਪਾਂ ਦਿੱਲੀ ਤੇ ਪੰਜਾਬ ਦੇ ਕੇਸ ਨੂੰ ਹੀ ਜ਼ਿਕਰ ਕਰੀਏ, 2019 ਦੇ ਵਿੱਚ ਕਿਹੜੀ ਪਾਰਟੀ ਦੀ ਕੀ ਪਰਫਾਰਮੈਂਸ ਸੀਗੀ, ਉਹਦੇ ਹਿਸਾਬ ਨਾਲ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਹੱਕ ਹੀ ਨਹੀਂ ਬਣਦਾ, ਕਿਉਂਕਿ 2019 ਦੇ ਵਿੱਚ 5 ਸੀਟਾਂ ਦੇ ਉੱਤੇ ਕਾਂਗਰਸ ਨੰਬਰ 2 ਸੀਗੀ, ਔਰ ਇਦਾਂ ਦੇ ਹਾਲਾਤ ਦੇ ਵਿੱਚ ਉਹਨਾਂ ਦਾ 5 ਸੀਟਾਂ ਦੇ ਉੱਤੇ ਹੱਕ ਬਣਦਾ 7 ਵਿੱਚੋਂ। ਔਰ ਪੰਜਾਬ ਦੀ ਗੱਲ ਕਰੀਏ ਤੇ 2019 ਦੇ ਵਿੱਚ ਭਗਵੰਤ ਮਾਨ ਉਹਨਾਂ ਤੋਂ ਇਲਾਵਾ ਇੱਕ ਵੀ ਕੈਂਡੀਡੇਟ ਇਹਨਾਂ ਦਾ ਨਹੀਂ ਜਿੱਤਿਆ ਸੀਗਾ, ਤੇ ਫਿਰ ਤੇ ਕਾਂਗਰਸ ਦਾ ਤੇ ਹੱਕ ਬਣਦਾ। 8 ਸੀਟਾਂ ਤੇ ਅਗਲੇ ਜਿੱਤੇ ਸੀਗੇ, ਭਾਵੇਂ ਇੱਕ ਸੀਟ ਇਹਨਾਂ ਨੇ ਜ਼ਰੂਰ ਬਾਈ ਇਲੈਕਸ਼ਨ ਦੇ ਵਿੱਚ ਜਲੰਧਰ ਵਾਲੀ ਵਾਪਸ ਲੈ ਲਈ ਤੇ ਦੂਜਾ ਮਾਨ ਸਾਹਿਬ ਲੈ ਗਏ। ਲੇਕਿਨ ਇਹ ਅਲਾਈਅੰਸ ਦਾ ਕੋਈ ਫਾਰਮੂਲਾ ਕੀ ਹੋਏਗਾ? 92 ਐਮਐਲਏ ਜਿਤਾ ਕੇ ਲੈ ਕੇ ਆਣਾ, ਇਹ ਫਾਰਮੂਲਾ ਕਾਂਗਰਸ ਨੂੰ ਮਜਬੂਰ ਹੋਏਗਾ, ਕਿਉਂਕਿ ਜਿੱਤ ਗਏ। ਜੋ ਹਾਲਾਤ ਸੀਗੇ, ਜੋ ਮਾਹੌਲ ਸੀਗਾ, ਉਹ ਦੂਜੀ ਸਿਆਸੀ ਪਾਰਟੀਆਂ ਦੇ ਖਿਲਾਫ ਸੀਗਾ, ਇਸ ਕਰਕੇ 92 ਜਿੱਤ ਗਏ। ਹੁਣ ਇਹਨਾਂ 92 ਨੂੰ ਅੱਗੇ ਚੱਲ ਕੇ ਕੀ ਸਫਲਤਾ ਮਿਲਦੀ ਹੈ, ਇਹ ਵੀ ਇੱਕ ਸਵਾਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ। ਇਸ ਕਰਕੇ ਇਸ ਅਲਾਈਅੰਸ ਦੇ ਵਿੱਚ ਗੱਲਬਾਤ ਜੋ ਹੋਣੀ ਹੈ ਉਹ ਦਿੱਲੀ ਤੋਂ ਹੀ ਹੋਣੀ ਹੈ। ਫਾਈਨਲ ਆਰਡਰ ਨੋ ਔਰ ਯੈਸ ਜਿਹੜਾ ਦਿੱਲੀ ਤੋਂ ਆਏਗਾ, ਉਹ ਇੱਥੇ ਦੇ ਕਾਂਗਰਸੀਆਂ ਨੂੰ ਬਸ ਉਹੀ ਉਸੇ ਤਨਖਾਹ ਤੇ ਕੰਮ ਕਰਨਾ ਪੈਣਾ ਹੈ। ਔਰ ਇਹੀ ਗੱਲ ਰਵਨੀਤ ਬਿੱਟੂ ਉਹਨਾਂ ਵੀ ਕਹਿ ਰਹੇ ਨੇ, ਔਰ ਦੂਜੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਵੀ ਕਹਿ ਰਹੇ ਨੇ। ਔਰ ਅਗਰ ਇਹ ਦੋ ਵਿਅਕਤੀ ਕੁਝ ਕਹਿ ਰਹੇ ਨੇ ਤੇ ਇਹਦਾ ਮਤਲਬ ਉੱਤੇ ਵਾਲਿਆਂ ਦੇ ਨਾਲ ਇਹਨਾਂ ਦੀ ਗੱਲਬਾਤ ਸਿੱਧੀ ਹੈਗੀ ਹੈ ਤੇ ਬਾਜਵਾ ਸਾਹਿਬ ਦੀ ਵੀ ਸਿੱਧੀ, ਪਰ ਬਾਜਵਾ ਸਾਹਿਬ ਪੁੱਠੀ ਗੱਲ ਕਹਿ ਕੇ ਸਿੱਧੇ ਤਰੀਕੇ ਨਾਲ ਚੱਲ ਨਹੀਂ ਪਾ ਰਹੇ, ਕਿਉਂਕਿ ਉਹਨਾਂ ਨੂੰ ਉੱਤੋਂ ਹਜੇ ਤੱਕ ਕੋਈ ਅਸ਼ੋਰੈਂਸ ਨਹੀਂ ਮਿਲਿਆ ਕਿ ਇਹ ਅਲਾਈਅੰਸ ਨਹੀਂ ਹੋਏਗਾ। ਉਹ ਇਹ ਕਹਿੰਦੇ ਨੇ ਕਿ ਤੁਹਾਨੂੰ ਕੌਨਫੀਡੈਂਸ ਵਿੱਚ ਲੈ ਕੇ ਆਪਾਂ ਕੋਈ ਅਲਾਈਅੰਸ ਕਰਾਂਗੇ। ਉਹ ਜਿਹੜਾ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਦੇਣ ਦੇ ਮੁੱਦੇ ਦੇ ਉੱਤੇ ਵੀ ਬਾਜਵਾ ਸਾਹਿਬ ਦਾ ਸੇਮ ਸਟੈਂਡ ਸੀਗਾ, ਪਰ ਉਹਨਾਂ ਨੇ ਉਹ ਸਪੋਰਟ ਅਨਾਉਂਸ ਕਰਨ ਤੋਂ ਪਹਿਲੇ ਬਾਜਵਾ ਸਾਹਿਬ ਨੂੰ ਕਦੀ ਵੀ ਕੌਨਫੀਡੈਂਸ ਵਿੱਚ ਨਹੀਂ ਲਿਆ। ਇਹ ਗੱਲ ਵੀ ਬਾਜਵਾ ਸਾਹਿਬ ਨੂੰ ਯਾਦ ਰੱਖਣੀ ਚਾਹੀਦੀ ਹੈ। ਹੁਣ ਬੀਜੇਪੀ ਦੀ ਗੱਲ ਦੇ ਉੱਤੇ ਆਈਏ, ਬੀਜੇਪੀ ਹਾਲਾਂਕਿ ਐਨਡੀਏ ਬਣਾ ਕੇ ਬੈਠੀ ਹੈ, ਔਰ ਜਿਸ ਤਰੀਕੇ ਨਾਲ ਇੰਡੀਆ ਅਲਾਈਅੰਸ ਦੇ ਵਿੱਚ ਇੰਨੇ ਕੋ ਡਿਸਪਿਊਟ ਹੈ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ, ਬੀਜੇਪੀ ਦੇ ਵਿੱਚ ਆਪ ਦੀ ਪਾਰਟੀ ਦੇ ਉੱਤੇ ਬੜੇ ਕੈਂਡੀਡੇਟ ਸਿਲੈਕਸ਼ਨ ਦੇ ਵਿੱਚ, ਖਾਸ ਕਰਕੇ 2 ਸੂਬਿਆਂ ਦੇ ਵਿੱਚ ਤੇ ਅਸੀਂ ਦੇਖ ਹੀ ਚੁੱਕੇ ਹਾਂ। ਇੱਕ ਹੈਗਾ ਰਾਜਸਥਾਨ ਤੇ ਦੂਜਾ ਹੈਗਾ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੇ ਵਿੱਚ 39 ਕੈਂਡੀਡੇਟ ਦੀ ਦੂਜੀ ਲਿਸਟ ਇਹਨਾਂ ਨੇ ਅਨਾਉਂਸ ਕੀਤੀ, ਉਹਦੇ ਵਿੱਚ 7 ਐਮਪੀਆਂ ਨੂੰ ਜਿੱਦਾਂ ਧੱਕੇ 'ਚ ਕੋਈ ਸਵਿਮਿੰਗ ਪੂਲ ਦੇ ਉੱਤੇ ਛਾਲ ਧੱਕਾ ਮਾਰ ਕੇ ਮਾਰ ਦਿੰਦੇ ਨੇ ਕਿ ਵੀ ਚੱਲ ਆਪੇ ਤੈਰ ਜਾਊਗਾ, ਉਸ ਤਰੀਕੇ ਨਾਲ ਇਹਨਾਂ ਨੇ ਆਪਣੇ ਕੈਂਡੀਡੇਟ ਤਿਆਰ ਕੀਤੇ ਨੇ। ਯਸ਼ੋਧਰਾ ਸਿੰਧੀਆ ਉੱਥੇ ਦੀ ਮੰਤਰੀ ਹੈਗੀ ਹੈ, ਉਹਨੇ ਤੇ ਸਾਫ਼ ਹੀ ਮਨਾ ਕਰਤਾ ਕਿ ਮੈਂ ਇਲੈਕਸ਼ਨ ਅਗਲੇ ਨਹੀਂ ਲੜੂੰਗੀ। ਹਾਲਾਂਕਿ ਹੈਲਥ ਗਰਾਊਂਡ ਦੇ ਉੱਤੇ ਕਿਹਾ, ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਮੈਡਮ ਤੁਸੀਂ ਲੜੋ ਇਲੈਕਸ਼ਨ ਕਿਉਂਕਿ ਤੁਸੀਂ ਜਿਤਾ ਸਕਦੇ ਹੋ, ਕਹਿੰਦੇ ਮੈਂ ਨਹੀਂ ਲੜਨਾ। ਹੁਣ ਕੈਲਾਸ਼ ਵਿਜੇ ਵਰਗਿਆ ਬੜੇ ਵੱਡੇ ਲੀਡਰ ਨੇ, ਹਰਿਆਣੇ ਦੇ ਵਿੱਚ ਤੇ ਬੰਗਾਲ ਦੇ ਵਿੱਚ ਬੀਜੇਪੀ ਦੀ ਚੜ੍ਹਤ ਉਹਨਾਂ ਨੇ ਕਰਾਈ ਸੀ, ਉਹਨਾਂ ਨੂੰ ਵੀ ਇੰਦੌਰ ਤੋਂ ਟਿਕਟ ਦੇ ਦਿੱਤੀ, ਔਰ ਉਹ ਵੀ ਇਹ ਗੱਲ ਕਹਿ ਰਹੇ ਨੇ ਹੁਣ ਇਸ ਉਮਰ ਦੇ ਵਿੱਚ ਹੱਥ ਜੋੜਨੇ ਚੰਗੇ ਨਹੀਂ ਲੱਗਦੇ ਵੋਟ ਮੰਗਣ ਵਾਸਤੇ, ਬਾਕੀ ਪਾਰਟੀ ਕਹੇਗੀ ਤੇ ਮੈਂ ਦਰੀ ਵੀ ਵਿਛਾਊਂਗਾ। ਰਾਕੇਸ਼ ਸਿੰਘ ਕੇਂਦਰ ਦੇ ਵਿੱਚ ਵੱਡੇ ਮੰਤਰੀ ਹੈ, ਪ੍ਰਹਲਾਦ ਪਟੇਲ ਜਿਨ੍ਹਾਂ ਨੇ ਮਹਿਲਾ ਆਰਕਸ਼ਣ ਦੇ ਮੁੱਦੇ ਤੇ ਟਵੀਟ ਛੱਡਿਆ ਸੀ, ਬਾਅਦ ਚ ਵਿਡਰਾ ਕਰ ਲਿਆ ਸੀ, ਉਹਨਾਂ ਨੂੰ ਵੀ ਧੱਕੇਸ਼ਾਹੀ ਨਾਲ ਉਹ ਕੈਂਡੀਡੇਟ ਵਜੋਂ ਮੱਧ ਪ੍ਰਦੇਸ਼ ਦੇ ਵਿੱਚ ਉਤਾਰਿਆ ਜਾ ਰਿਹਾ। ਇਹਦੇ ਨਾਲ ਬੀਜੇਪੀ ਦੀ ਰਣਨੀਤੀ ਹੈ ਵੇ ਕਿ ਉਹ ਸ਼ਿਵਰਾਜ ਚੌਹਾਨ, ਮਾਮਾ ਜੀ ਵੀ ਕਹਿੰਦੇ ਨੇ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ, ਮਾਮਾ ਜੀ ਨੂੰ ਥ੍ਰੈਟ ਤੇ ਰੱਖਣਾ, ਮਾਮਾ ਜੀ ਵਾਸਤੇ ਚੈੱਕਮੇਟ ਤਿਆਰ ਕਰਨਾ। ਨਰਿੰਦਰ ਤੋਮਰ ਵਰਗੇ ਵੱਡੇ ਲੀਡਰ ਨੂੰ ਜੇ ਉੱਥੋਂ ਉਤਾਰਿਆ ਜਾ ਰਿਹਾ ਤੇ ਕੱਲ ਨੂੰ ਉਹ ਜਿੱਤ ਜਾਂਦੇ ਨੇ ਤੇ ਉਹਨਾਂ ਦੇ ਮੁੱਖ ਮੰਤਰੀ ਦੀ ਬਣਨ ਦੀ ਵੀ ਸੰਭਾਵਨਾ ਉੱਥੇ ਸ਼ਿਵਰਾਜ ਚੌਹਾਨ ਉਹਨਾਂ ਤੋਂ ਜ਼ਿਆਦਾ ਹੋ ਜਾਣੀ ਹੈ, ਕਿਉਂਕਿ ਸ਼ਿਵਰਾਜ ਚੌਹਾਨ ਉਹਨਾਂ ਦੇ ਨਾਲ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਉਹਨਾਂ ਦਾ ਕੋਈ ਬਹੁਤ ਵਧੀਆ ਇੱਕ ਤਰੀਕੇ ਨਾਲ ਕੈਮਿਸਟਰੀ ਨਹੀਂ ਹੈਗੀ। ਹੁਣ ਗੱਲ ਕਰੀਏ ਰਾਜਸਥਾਨ ਦੇ ਵਿੱਚ, ਪਰਸੋਂ ਰਾਜਸਥਾਨ ਦੇ ਵਿੱਚ ਅਮਿਤ ਸ਼ਾਹ ਜੀ ਸੀਗੇ, ਮੀਟਿੰਗ ਤੇ ਘੰਟੇ ਦੀ ਸੀਗੀ, 16 ਘੰਟੇ ਦੀ ਮੀਟਿੰਗ ਕੀਤੀ, ਰਾਤੀ 12 12:30 ਵਜੇ ਤੱਕ ਉਹਨਾਂ ਨੇ ਰਾਜਸਥਾਨ ਦੇ ਲੀਡਰਾਂ ਦੀ ਉਹ ਕਲਾਸ ਲਈ, ਔਰ ਇਹ ਪੁੱਛਿਆ ਕਿ ਤੁਸੀਂ ਹਜੇ ਤੱਕ ਪੈਨਲ ਬਣਾ ਕੇ ਕਿਉਂ ਨਹੀਂ ਭੇਜਿਆ। ਉਹ ਕਹਿੰਦੇ ਜਨਾਬ ਬਣਾ ਦਿੰਦੇ ਆ। ਉਹ ਕਹਿੰਦੇ ਨਹੀਂ, ਹੁਣ ਆਪਾਂ ਦਿੱਲੀ ਵਿੱਚ ਬੈਠ ਕੇ ਪੈਨਲ ਬਣਾਵਾਂਗੇ, ਅਸੀਂ ਇੱਕ ਸਰਵੇ ਕੀਤਾ, ਉਹ ਸਰਵੇ ਦੇ ਬੇਸ ਤੇ ਹੀ ਕੈਂਡੀਡੇਟ ਦੀ ਸਿਲੈਕਸ਼ਨ ਹੋਏਗੀ। ਵਸੁੰਧਰਾ ਰਾਜੇ ਸਿੰਧੀਆ ਜਿਹਨੂੰ ਉਹਨਾਂ ਨੇ 3 ਕਮੇਟੀਆਂ ਦੇ ਵਿੱਚ ਇਗਨੋਰ ਕੀਤਾ ਸੀਗਾ, ਕੈਂਪੇਨ ਕਮੇਟੀ, ਮੈਨੀਫੈਸਟੋ ਕਮੇਟੀ ਔਰ ਇੱਕ ਕੈਂਡੀਡੇਟ ਸਿਲੈਕਸ਼ਨ ਕਮੇਟੀ, ਉਹਨਾਂ ਨੇ ਕਿਹਾ ਜੀ ਜਨਾਬ ਮੇਰੇ ਬੰਦਿਆਂ ਨੂੰ ਤਾਂ ਟਿਕਟ ਦੇ ਦੋਗੇ ਨਾ, ਆ ਜਿਹੜੇ ਬੰਦੇ ਹੈਗੇ ਆ, ਕਹਿੰਦੇ ਦੇਖਾਂਗੇ। ਯਾਨੀ ਇੱਕ ਰੁੱਖਾ ਜਿਹੜਾ ਵਿਵਹਾਰ ਵਸੁੰਧਰਾ ਰਾਜੇ ਸਿੰਧੀਆ ਦੇ ਨਾਲ ਬੀਜੇਪੀ ਉੱਥੇ ਕਰ ਰਹੀ ਹੈ, ਉਹਦਾ ਕਿੰਨਾ ਕੁ ਨੁਕਸਾਨ ਹੋਏਗਾ। ਔਰ ਵਸੁੰਧਰਾ ਰਾਜੇ ਸਿੰਧੀਆ ਵੀ ਕੋਈ ਘੱਟ ਨਹੀਂ, ਉਹ ਵੀ ਕੁਝ ਵਿਰੋਧੀ ਪਾਰਟੀਆਂ ਦੇ ਲੀਡਰਾਂ ਨਾਲ ਇੱਕ ਫੋਟੋ ਖਿਚਾ ਕੇ ਵਾਇਰਲ ਕਰਾ ਦਿੰਦੀ ਹੈ, ਯਾਨੀ ਆਪਣੀ ਪਾਰਟੀ ਹਾਈਕਮਾਨ ਨੂੰ ਇੰਡੀਕੇਸ਼ਨ ਦੇ ਰਹੀ ਹੈ ਜੇ ਮੈਨੂੰ ਇਗਨੋਰ ਕੀਤਾ ਤੇ ਫਿਰ ਮੈਂ ਵੀ ਇਗਨੋਰ ਕਰੂੰਗੀ। ਉੱਥੇ ਉਮਾ ਭਾਰਤੀ
ਉਹਨਾਂ ਨੇ ਵੀ ਕਹਿਤਾ ਮੈਂ 85 ਦੀ ਵੀ ਹੋ ਜਾਊਂਗੀ ਪਰ ਮੈਂ ਲੜੂੰਗੀ ਜ਼ਰੂਰ ਇਲੈਕਸ਼ਨ ਮੱਧ ਪ੍ਰਦੇਸ਼ ਤੋਂ। ਇਹ ਸਾਰੀ ਗੱਲਾਂ ਦੇ ਵਿੱਚੋਂ ਬੀਜੇਪੀ ਆਪ ਹੀ ਘਿਰੀ ਹੋਈ ਹੈ। ਇਹ ਇੰਡੀਆ ਵਾਲਿਆਂ ਦਾ ਤੇ ਝਗੜੇ ਹਜੇ ਸ਼ੁਰੂ ਹੀ ਨਹੀਂ ਹੋਏ, ਹਜੇ ਤੇ ਇਹ ਵੀ ਕਿ ਹੋਏਗਾ ਨਹੀਂ ਹੋਏਗਾ। ਲੇਕਿਨ ਬੀਜੇਪੀ ਦੇ ਵਿੱਚ 2 ਸੂਬਿਆਂ ਦੇ ਵਿੱਚ ਜਿੱਥੇ ਸਰਕਾਰ ਬਣਾਉਣ ਦਾ ਸੁਪਨਾ ਬੀਜੇਪੀ ਲੈ ਰਹੀ ਹੈ, ਉੱਥੇ ਤੇ ਹਜੇ ਅੰਦਰੂਨੀ ਲੜਾਈ ਨਹੀਂ ਮੁੱਕ ਰਹੀ। ਪਰ ਚਲੋ ਹਾਲਾਤ ਕਿੱਦਾਂ ਦੇ ਹੋਣਗੇ। 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੈ। ਤੇਲੰਗਾਨਾ ਦੇ ਵਿੱਚ ਸਵੱਛਤਾ ਅਭਿਆਨ ਵਾਸਤੇ ਪ੍ਰਧਾਨ ਮੰਤਰੀ ਜਾ ਰਹੇ ਨੇ। ਕੇ ਚੰਦਰਸ਼ੇਖਰ ਰਾਓ ਨੇ ਕਹਿਤਾ ਨਾ ਮੈਂ ਉਸ ਫੰਕਸ਼ਨ ਦੇ ਵਿੱਚ ਤੇ ਅਟੈਂਡ ਹੀ ਨਹੀਂ ਕਰਨਾ ਜਿੱਥੇ ਪ੍ਰਧਾਨ ਮੰਤਰੀ ਆ ਰਹੇ ਨੇ। ਪਰ ਇਹ ਸਾਰੀ ਰਾਜਨੀਤੀ 5 ਸੂਬਿਆਂ ਦੇ ਇਲੈਕਸ਼ਨ ਇਸ ਹਫਤੇ ਉਮੀਦ ਹੈ। ਜੇ ਪਿਛਲੇ ਟ੍ਰੈਂਡ ਨੂੰ ਦੇਖੋ ਤੇ ਅਕਤੂਬਰ ਦੇ ਪਹਿਲੇ ਹਫਤੇ ਦੇ ਤੱਕ ਇਹਨਾਂ 5 ਸੂਬਿਆਂ ਦੇ ਵਿੱਚ ਇਲੈਕਸ਼ਨ ਅਨਾਉਂਸ ਹੋਣੇ ਹੈ। ਪਰ ਹਜੇ ਜ਼ਮੀਨੀ ਪੱਧਰ ਦੇ ਉੱਤੇ ਜਿਹੜੇ ਰੱਫੜ ਪਏ ਹੋਏ ਨੇ, ਕਿਉਂਕਿ ਇੰਡੀਆ ਬਲਾਕ ਦੀ ਗੱਲ ਕਰੀਏ ਤੇ ਉਹ ਤੇ 2024 ਦੇ ਪਾਰਲੀਮੈਂਟ ਦੀ ਸੀਟ ਸ਼ੇਅਰਿੰਗ ਨੂੰ ਲੈ ਕੇ ਹਜੇ ਤੱਕ ਲੜ ਰਹੇ ਹਨ। ਪਰ ਇਹ ਜਿਹੜੀ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਸੀਟਾਂ ਸੂਟਾਂ ਦੇਣੀ ਹੈ, ਉਹਦੇ ਉੱਤੇ ਬੀਜੇਪੀ ਦੇ ਵਿੱਚ ਬੜਾ ਜ਼ਬਰਦਸਤ ਕਮਾਨ ਛਿੜਿਆ ਹੋਇਆ ਜੀ ਜੀ। ਇੰਦਰਪ੍ਰੀਤ ਜੀ, ਵੈਸੇ ਤਾਂ ਇਹ ਕਾਫੀ ਰੌਲਾ ਸੀ ਰਿਹਾ ਸ਼ੁਰੂ ਤੋਂ ਕਿ ਪ੍ਰਧਾਨ ਮੰਤਰੀ ਇਸ ਔਖੀ ਲੜਾਈ ਜਿਹੜੀ 5 ਸੂਬਿਆਂ ਵਾਲੀ ਹੈ, ਔਖੀ ਲੜਾਈ ਇਸ ਕਰਕੇ ਕਿਉਂਕਿ ਇਹਨਾਂ 'ਚ ਐਸੇ ਕੁਝ ਰਾਜ ਨੇ ਜਿਨ੍ਹਾਂ 'ਚ ਬੀਜੇਪੀ ਲਗਾਤਾਰ ਜਿੱਤਦੀ ਆ ਰਹੀ ਹੈ, ਔਰ ਜਿੱਥੇ ਬੰਦਾ ਲਗਾਤਾਰ ਰਾਜ ਕਰ ਰਿਹਾ ਹੋਵੇ ਉੱਥੇ ਲੋਕਾਂ ਦੀਆਂ ਖਾਹਿਸ਼ਾਂ ਕਿਸੇ ਵੇਲੇ ਮੀਟ ਨਹੀਂ ਕਰ ਹੋਈਆਂ ਹੁੰਦੀਆਂ, ਲੋਕਾਂ ਦੇ ਵਿੱਚ ਗੁੱਸਾ ਆਇਆ ਹੁੰਦਾ ਤੇ ਉਹ ਵੋਟ ਵਿਰੋਧ 'ਚ ਪੈ ਜਾਂਦੀ ਹੈ। ਉੱਥੇ ਫਿਰ ਨਵੀਂ ਪਾਲਿਸੀ, ਨਵੇਂ ਲੋਕ ਅੱਗੇ ਵਧਾਉਣੇ ਪੈ ਜਾਂਦੇ, ਜਿਵੇਂ ਭਾਸਕਰ ਸਾਹਿਬ ਨੇ ਕਿਹਾ ਵੀ ਉਹ ਕਰ ਹੀ ਰਹੇ ਆ। ਸੋ ਪਾਰਲੀਮਾਨੀ ਚੋਣ 'ਚ ਜਾਣ ਤੋਂ ਪਹਿਲਾਂ ਇਹ ਕਾਫੀ ਰੌਚਕ ਮੁਕਾਬਲੇ ਨੇ, ਨੀਝ ਲਾ ਕੇ ਦੇਖਣ ਵਾਲੇ ਕਿ ਇੱਥੋਂ ਦੇਸ਼ ਨੂੰ ਸੁਨੇਹਾ ਕੀ ਜਾਂਦਾ ਹੈ। ਬੀਜੇਪੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੇ ਮਾੜੀ ਕਾਰਗੁਜ਼ਾਰੀ ਦਿਖਾਉਂਦੀ ਹੈ ਤਾਂ 24 ਉਹਨਾਂ ਲਈ ਟਫ ਹੋ ਜਾਊਗਾ ਬਹੁਤ ਜ਼ਿਆਦਾ। ਸੋ ਇਹ ਤਾਂ ਹੀ ਕਿਹਾ ਜਾਂਦਾ ਸੀ ਕਿ ਇਹਦੇ ਵਿੱਚ ਅਜੇ ਵੀ ਦੇਖਿਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਇਹ ਇਲੈਕਸ਼ਨਸ ਇਕੱਠੀਆਂ ਨਹੀਂ ਹੋ ਸਕਦੀਆਂ। ਨੰਬਰ 1 ਇਹ। ਨੰਬਰ 2 ਜਿਹੜੀ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਤੁਸੀਂ ਕਿਵੇਂ ਦੇਖ ਰਹੇ ਹੋ ਹੁਣ ਤੱਕ ਦੀ ਸਥਿਤੀ ਕਲੀਅਰ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਕਾਂਗਰਸੀਆਂ ਦੀ ਹੈ, ਲੇਕਿਨ ਕਾਂਗਰਸ ਨੂੰ ਆਮ ਆਦਮੀ ਪਾਰਟੀ ਨਾਲ ਜਾਣਾ ਖੁਦਕੁਸ਼ੀ ਵਰਗਾ ਲੱਗ ਰਿਹਾ ਹੈ, ਔਰ ਹੋ ਵੀ ਸਕਦਾ ਕਿ ਉਹਨਾਂ ਲਈ ਇਹ ਆਤਮਘਾਤੀ ਕਦਮ ਹੋਵੇ ਨਾਲ ਜਾ ਕੇ ਲੜਨ ਦਾ। ਇਹ ਦੋਨਾਂ ਚੀਜ਼ਾਂ ਦੇ ਉੱਤੇ ਥੋੜੀ ਟਿੱਪਣੀ ਦੇ ਦਿਓ। ਰੰਧਾਵਾ ਸਾਹਿਬ, ਦੇਖੋ ਆਮ ਆਦਮੀ ਪਾਰਟੀ ਇਸ ਟਾਈਮ ਸੱਤਾ ਦੇ ਵਿੱਚ ਹੈ ਔਰ ਬਹੁਤ ਮਜ਼ਬੂਤੀ ਨਾਲ ਹੈ। ਮਤਲਬ 92 ਸੀਟਾਂ ਕੋਈ ਥੋੜੀਆਂ ਨਹੀਂ ਹੁੰਦੀਆਂ। 92 ਸੀਟਾਂ ਦੀ ਮਜ਼ਬੂਤੀ ਉਹਨਾਂ ਦਾ ਇੱਕ, ਜਿਵੇਂ ਆਪਾਂ ਕਹਿੰਦੇ ਹਾਂ ਕਿ ਉਹਨਾਂ ਦਾ ਪਲੜਾ ਭਾਰੀ ਕਰਦੀ ਵੀ ਹੈ। ਪਰ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹ ਮੁੱਖ ਵਿਰੋਧੀ ਧਿਰ ਤਾਂ ਜ਼ਰੂਰ ਹੈ, ਪਰ ਉਹਨਾਂ ਦਾ ਥੱਲੇ ਸਾਰੇ ਏਰੀਆਜ਼ ਦੇ ਵਿੱਚ ਪੂਰਾ, ਜਿਵੇਂ ਆਪਾਂ ਕਹਿੰਦੇ ਨਾ ਕਿ ਰਾਜਪੁਰਾ ਤੋਂ ਲੈ ਕੇ ਅਗਰ ਫਿਰੋਜ਼ਪੁਰ ਫਾਜ਼ਿਲਕਾ ਤੱਕ ਉਹਨਾਂ ਦਾ ਪੂਰਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਦਾ ਕਾਡਰ ਹੈ। ਨਿਰਾਸ਼ ਹੋ ਕੇ ਘਰ ਬੈਠ ਗਿਆ ਹੋਵੇ, ਬਿਖਰ ਗਿਆ ਹੋਵੇ, ਇਹ ਤਾਂ ਹੋ ਸਕਦਾ, ਲੇਕਿਨ ਇਹ ਨਹੀਂ ਹੈ ਕਿ ਕੋਈ ਸੀਟ ਵੀ ਇਦਾਂ ਦੀ ਹੈਗੀ ਹੈ ਜਿੱਥੇ ਉਹਨਾਂ ਦਾ ਕੋਈ ਝੋਲਾ ਚੱਕਣ ਵਾਲਾ ਵੀ ਹੈ ਨਹੀਂ ਜਾਂ ਉਹਨਾਂ ਦਾ ਕੋਈ ਬੂਥ ਲਗਾਉਣ ਵਾਲਾ ਵੀ ਹੈ ਨਹੀਂ। ਇਸ ਤਰ੍ਹਾਂ ਦਾ ਨਹੀਂ ਹੈ। ਪਰ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋ ਉਦੋਂ ਲੋਕ ਕੁਝ ਇਹੋ ਜਿਹੇ ਬਹੁਤ ਹੁੰਦੇ, ਤੁਹਾਡੀ ਪਾਰਟੀਆਂ ਦੀ, ਆਪਣੀਆਂ ਪਾਰਟੀਆਂ ਦੀ ਬਹੁਤ ਹੁੰਦੇ ਆ ਜਿਹੜੇ ਸੱਤਾ ਨਾਲ ਲੱਗਣਾ ਚਾਹੁੰਦੇ ਹੁੰਦੇ ਆ। ਤੇ ਇਸ ਟਾਈਮ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਤਾਂ ਫਾਇਦਾ ਹੋਊਗਾ ਹੀ ਜੇਕਰ ਇਹ ਸਮਝੌਤਾ ਹੋ ਜਾਂਦਾ ਹੈ, ਪਰ ਜੇਕਰ ਨਹੀਂ ਹੁੰਦਾ ਤਾਂ ਮੈਨੂੰ ਲੱਗਦਾ ਕਿ ਫਾਇਦਾ ਜਿਹੜਾ ਹੈਗਾ ਉਹ ਕਾਂਗਰਸ ਨੂੰ ਜ਼ਿਆਦਾ ਹੋਏਗਾ, ਕਿਉਂਕਿ ਆਮ ਆਦਮੀ ਦੀ ਐਂਟੀ ਇਨਕੰਬੈਂਸੀ ਵੀ ਅਦਰਵਾਈਜ਼ ਜਿਹੜੀ ਹੈ ਉਹ ਕਾਂਗਰਸ ਨੂੰ ਹੀ ਝੱਲਣੀ ਪਏਗੀ ਜੇ ਸਮਝੌਤਾ ਹੋ ਜਾਂਦਾ ਤਾਂ। ਜੇ ਨਹੀਂ ਹੋਏਗਾ ਤਾਂ ਨੈਚੁਰਲੀ ਜਿਹੜੇ ਬੰਦੇ ਇਸ ਟਾਈਮ ਆਮ ਆਦਮੀ ਪਾਰਟੀ ਤੋਂ ਜੋ ਵੀ ਨਾਰਾਜ਼ ਹੋਣਗੇ, ਥੋੜੇ ਹੋਣ ਜ਼ਿਆਦਾ ਹੋਣ, ਮੈਂ ਉਹਨਾਂ ਦੀ ਗਿਣਤੀ ਨਹੀਂ ਦੱਸ ਸਕਦਾ, ਲੇਕਿਨ ਜਿੰਨਾ ਕੁ ਵੀ ਹੋਊਗਾ ਉਹ ਪ੍ਰਮੁੱਖ ਵਿਰੋਧੀ ਧਿਰ ਵਾਲੇ ਪਾਸੇ ਚਲੇ ਹੀ ਜਾਂਦੇ ਹੁੰਦੇ ਆ। ਸੋ ਇਹ ਜਿਹੜੀ ਮੇਰੀ ਉਹ ਹੈਗੀ ਮਤਲਬ ਆਪਣੀ ਜਿਹੜੀ ਜਿਹਨੂੰ ਕਹਿੰਦੇ ਆਪਾਂ ਆਈਡੀਆਜ਼ ਆਪਣਾ ਲਗਾਇਆ ਹੋਇਆ, ਉਹਦੇ ਚ ਮੈਨੂੰ ਇਹ ਲੱਗਦਾ ਕਿ ਇਸੇ ਕਰਕੇ ਕਾਂਗਰਸ ਜਿਹੜੀ ਹੈਗੀ ਉਹ ਬਾਰ-ਬਾਰ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਕਿ ਸਾਨੂੰ ਜਿਹੜਾ ਹੈਗਾ ਉਹ ਗੱਠਜੋੜ ਦੇ ਵਿੱਚ ਨਹੀਂ ਜਾਣਾ ਚਾਹੀਦਾ। ਜਿਸ ਦਿਨ ਦੇ ਆਪਾਂ ਇਹ ਗੱਲ ਕਰਨ ਲੱਗੇ ਆ, ਮੈਂ ਤੁਹਾਨੂੰ ਉਸ ਦਿਨ ਦਾ ਹੀ ਗੱਲ ਕਰ ਰਿਹਾ ਕਿ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਵਾਲਾ ਗੱਠਜੋੜ ਬਣਿਆ ਉਹਦੇ ਵਿੱਚ ਇੱਕ ਵੀ ਪਾਰਟੀ ਕੋਈ ਇਹੋ ਜਿਹੀ ਨਹੀਂ ਹੈ ਜਿਹੜੀ ਇਹ ਕਹਿ ਸਕੇ ਕਿ ਉਹ 200+ ਸੀਟਾਂ ਦੇ ਉੱਤੇ ਮਤਲਬ ਆ ਸਕਦੀ ਹੈ। ਕੱਲਾ ਕਾਂਗਰਸ ਇਹ ਕਲੇਮ ਕਰ ਸਕਦੀ ਹੈ, ਪਰ ਸਥਿਤੀ ਉਹਦੀ ਹੈ ਨਹੀਂ ਹੈ। ਕਲੇਮ ਜ਼ਰੂਰ ਕਰ ਸਕਦੀ ਹੈ ਵੀ ਹਾਂ ਉਹ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੇ ਇੱਥੇ ਗੁਜਰਾਤ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਸਾਰੇ ਕਿਤੇ ਹੈਗੀ ਹੈ। ਪਰ ਤੁਸੀਂ ਦੇਖੋ ਨਾ, ਮੇਜਰ ਸਟੇਟਸ ਦੇ ਵਿੱਚੋਂ ਅੱਜ ਉਹ ਕਿੱਥੇ ਹੈ, ਯੂਪੀ ਚ ਅੱਜ ਉਹ ਕਿੱਥੇ ਹੈ, ਬਿਹਾਰ ਚ ਅੱਜ ਉਹ ਕਿੱਥੇ ਹੈ, ਵੈਸਟ ਬੰਗਾਲ ਚ ਅੱਜ ਉਹ ਕਿੱਥੇ ਹੈ। ਸੋ ਇਹ ਇੰਨੀਆਂ ਵੱਡੀਆਂ ਵੱਡੀਆਂ ਸਟੇਟਾਂ ਨੇ ਜਿੱਥੇ ਉਹ ਨਜ਼ਰ ਵੀ ਨਹੀਂ ਆ ਰਹੀ। ਤਾਂ ਕਿਹੜੀ ਪਾਰਟੀ ਹੈ ਜਿਹੜੀ ਇੰਨਾ ਜ਼ੋਰ ਲਗਾ ਕੇ ਥੋੜੇ ਬੰਦਿਆਂ ਨੂੰ ਆਪਣੇ ਨਾਲ ਲਿਆ ਕੇ ਇੱਕ ਸਰਕਾਰ ਬਣਾ ਲੇਗੀ? ਉਹ ਕੱਲੀ ਹੋਈ ਅਜੇ ਤੱਕ ਭਾਜਪਾ ਹੀ ਹੈ
ਚਾਹੇ ਉਹ ਐਤਕੀ ਉਹਦੀਆਂ ਸੀਟਾਂ ਘਟ ਜਾਣ ਜਾਂ ਵੱਧ ਜਾਣ, ਉਹ ਇੱਕ ਵੱਖਰੀ ਗੱਲ ਹੈ, ਪਰ ਉਹ ਪਾਰਟੀ ਇਹ ਘੱਟੋ ਘੱਟ ਕਲੇਮ ਕਰ ਸਕਦੀ ਹੈ ਵੀ ਉਹ ਇੱਕ ਇਹੋ ਜਿਹੀ ਪਾਰਟੀ ਹੈ ਜਿਹਨੂੰ ਬਹੁਤ ਥੋੜੀ ਲੋੜ ਹੋਏਗੀ। ਕਾਂਗਰਸ ਨੂੰ ਹਜੇ ਤਾਂ ਬਹੁਤ ਜ਼ਿਆਦਾ ਦੂਜੀਆਂ ਪਾਰਟੀਆਂ ਦੀ ਲੋੜ ਹੈ ਜਿਹੜੀਆਂ ਉਹਦੇ ਨਾਲ ਆ ਕੇ 272 ਦਾ ਜਿਹੜਾ ਜਾਦੂਈ ਅੰਕੜਾ ਹੈਗਾ ਉਹਦੇ ਨੇੜੇ ਤੇੜੇ ਪਹੁੰਚਾ ਸਕਣ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਥੇ ਵੀ ਜਿੰਨਾ ਵੀ ਉਹ ਜ਼ੋਰ ਲਾ ਰਹੇ ਹੈ, ਦੋਨੋਂ ਪਾਰਟੀਆਂ ਲੈ ਰਿਹਾ, ਇਹ ਜਿਹੜੇ ਨੈਸ਼ਨਲ ਪੱਧਰ ਤੇ ਹੈ ਨਾ ਰੰਗਾਵਾ ਸਾਹਿਬ, ਉਹ ਮੈਂ ਤੁਹਾਨੂੰ ਦੱਸਾਂ ਕਿ ਨੈਸ਼ਨਲ ਪੱਧਰ ਤੇ ਤਾਂ ਦੋਨੋਂ ਜਿਹੜੀਆਂ ਪਾਰਟੀਆਂ ਨੇ ਉਹ ਚਾਹੁੰਦੀਆਂ ਨੇ ਕਿ ਗਠਜੋੜ ਹੋਏ। ਉਹ ਜਦੋਂ ਇਸ ਤਰ੍ਹਾਂ ਦੀਆਂ ਨਾਰਾਜ਼ਗੀਆਂ ਵਾਲੇ, ਚਾਹੇ ਆਮ ਆਦਮੀ ਪਾਰਟੀ ਵਾਲੇ ਵੀ ਕਹਿਣ ਉੱਥੇ ਕਿ ਜੀ ਆਪਾਂ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ, ਆਪਾਂ ਤਾਂ ਸੱਤਾ ਦੇ ਵਿੱਚ ਆ ਤੇ ਆਪਾਂ ਜ਼ਿਆਦਾ ਸੀਟਾਂ ਲਿਆ ਸਕਦੇ ਹਾਂ, ਤਾਂ ਉੱਥੇ ਵੀ ਮਤਲਬ ਕੇਜਰੀਵਾਲ ਉਹਨਾਂ ਨੂੰ ਕਈ ਵਾਰ ਇਹ ਕਹਿ ਚੁੱਕਿਆ ਹੈ ਕਿ ਛੋਟਾ ਕੈਨਵਸ ਨਾ ਦੇਖੋ, ਵੱਡੇ ਕੈਨਵਸ ਨੂੰ ਦੇਖੋ। ਸੋ ਵੱਡਾ ਕੈਨਵਸ ਤਾਂ ਸਿੱਧਾ ਜਿਹੜਾ ਹੈਗਾ ਉਹ ਇੰਡੀਆ ਗਠਜੋੜ ਦਾ ਬਣਦਾ ਹੀ ਹੈ, ਜਿੱਥੇ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ ਤੇ ਹੋ ਸਕਦਾ ਕਿ ਦਾਅ ਲੱਗਣ ਦੀ ਗੱਲ ਹੈ ਤੇ ਦਾਅ ਪ੍ਰਧਾਨ ਮੰਤਰੀ ਦੀ ਪੋਸਟ ਤੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਵੀ ਲੱਗ ਜਾਏ। ਇਹ ਵੀ ਗੱਲ ਠੀਕ ਹੈ ਤੁਹਾਡੀ, ਪਰ ਵਾਹਵਾ ਦੂਰ ਦੀ ਕੌਡੀ ਹੈ। ਨਵਜੋਤ ਸਿੰਘ ਸਿੱਧੂ ਅੱਜ ਕਹਿ ਰਹੇ ਸੀਗੇ ਕਿ ਇਹ ਜਿਹੜਾ ਗੱਠਜੋੜ ਆ ਇੰਡੀਆ INDIA, ਇਹ ਇੱਕ ਉੱਚਾ ਪਹਾੜ ਆ, ਇਹਦੇ ਉੱਤੇ ਯਾਰ ਖਹਿਰੇ ਖੁਰੇ ਵਰਗੇ ਮਾੜੇ ਮੋਟੇ ਤੂਫਾਨ ਇਹ ਨਹੀਂ ਅਸਰ ਕਰਦੇ, ਛੱਡੋ ਰਹਿਣ ਦਿਓ। ਤੇ ਨਾਲ ਹੀ ਉਹ ਕਹਿ ਰਹੇ ਸੀਗੇ ਕਿ ਇਹ ਪ੍ਰਧਾਨ ਮੰਤਰੀ ਚੁਣਨ ਦੀ ਲੜਾਈ ਆ, ਮੁੱਖ ਮੰਤਰੀ ਨਹੀਂ ਚੁਣਨਾ। ਮਤਲਬ ਉਹ ਕਹਿੰਦੇ ਜੀ ਅਜੇ ਮੈਂ ਦੌੜ 'ਚ ਹੈ ਨਹੀਂ, ਮੁੱਖ ਮੰਤਰੀ ਥੋੜਾ ਚੁਣ ਰਿਹਾ, ਪ੍ਰਧਾਨ ਮੰਤਰੀ ਚੁਣਨਾ, ਇਸ ਦੌੜ 'ਚ ਤਾਂ ਮੈਂ ਹੈ ਹੀ ਨਹੀਂ। ਸੋ ਸਾਰੀ ਗੱਲ ਇੱਥੇ ਅੱਗੇ ਵਧਾਉਂਦੇ ਆ, ਅੱਗੇ ਚੱਲਦੇ ਆ। ਇੰਦਰਪ੍ਰੀਤ ਜੀ, ਇੱਕ ਵਾਰੀ ਫਿਰ ਜੀਰਾ ਫੈਕਟਰੀ ਦਾ ਜ਼ਿਕਰ ਆ ਰਿਹਾ, ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੜੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਲੋਕਾਂ ਦਾ ਰਾਈਟ ਹੈ ਪੀਣ ਵਾਲਾ ਪਾਣੀ ਤੇ ਇਹਨੂੰ ਯਕੀਨੀ ਬਣਾਇਆ ਜਾਵੇ। ਇਹ ਮਾਮਲਾ ਸਾਰਾ ਕਿਵੇਂ ਉੱਭਰਦਾ ਹੈ ਦੁਬਾਰਾ ਤੇ ਕਿਸ ਰੂਪ 'ਚ ਪੇਸ਼ ਹੋ ਰਿਹਾ, ਉੱਥੇ ਅਜੇ ਵੀ ਕੀ ਹੋ ਰਿਹਾ ਹੁਣ, ਮਤਲਬ ਗਰਾਊਂਡ ਜ਼ੀਰੋ ਤੇ ਗਰਾਊਂਡ ਰਿਐਲਿਟੀ ਕੀ ਹੈ? ਰੰਧਾਵਾ ਸਾਹਿਬ ਦੇਖੋ, ਹਜੇ ਵੀ ਕੇਸ ਤਾਂ NGT 'ਚ ਚੱਲ ਹੀ ਰਿਹਾ ਕਿ ਇਹ ਜੀਰਾ ਫੈਕਟਰੀ ਵਾਲਾ ਕੇਸ ਵੀ ਉੱਥੇ ਹੈਗਾ ਹੀ ਹੈ। ਸਵਾਲ ਇਕੱਲਾ ਜੀਰਾ ਫੈਕਟਰੀ ਦਾ ਨਹੀਂ ਹੈ। ਉਹਨਾਂ ਨੇ ਜਿਹੜਾ ਆਰਡਰ ਕੀਤਾ ਹੁਣ, ਉਹਨਾਂ ਨੇ ਕਿਹਾ ਸਾਰੀਆਂ ਡਿਸਟਿਲਰੀਆਂ ਜਿੰਨੀਆਂ ਵੀ ਪੰਜਾਬ 'ਚ ਲੱਗੀਆਂ ਹੋਈਆਂ ਨੇ, ਸਾਰੀਆਂ ਡਿਸਟਿਲਰੀਆਂ ਦੀ ਜਾਂਚ ਕੀਤੀ ਜਾਏ। ਤੇ ਕਿਉਂਕਿ ਜਿੰਨਾ ਵੀ ਪਾਣੀ ਹੈਗਾ ਇਹਨਾਂ ਡਿਸਟਿਲਰੀਆਂ ਦਾ ਗੰਦਾ ਪਾਣੀ ਆ, ਉਹ ਬੋਰਿੰਗ ਕਰ ਕਰਕੇ ਨੀਚੇ ਪਾਇਆ ਜਾ ਰਿਹਾ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ। ਉਹ ਪਾਣੀ ਜਿਹੜਾ ਆਲਾ ਦੁਆਲਾ ਹੈਗਾ ਉਹ ਸਾਰੇ ਨੂੰ ਗੰਦਲਾ ਕਰੀ ਜਾ ਰਿਹਾ, ਕਿਉਂਕਿ ਅਸੀਂ ਜਿਹੜਾ ਪਾਣੀ ਕੱਢੀ ਜਾ ਰਹੇ ਹਾਂ ਉਹਦੇ ਕਰਕੇ ਬੋਰ ਬਹੁਤ ਡੂੰਘੇ ਹੋ ਗਏ ਹੈ। ਸਾਰਾ ਗੰਦਾ ਪਾਣੀ ਉਹ ਜਿਹੜੇ ਸਾਡੇ ਪੀਣ ਵਾਲੇ ਪਾਣੀ 'ਚ ਮਿਕਸ ਹੋਈ ਜਾ ਰਿਹਾ, ਤਾਂ ਉਹਨੇ ਸਾਰੇ ਆਲੇ ਦੁਆਲੇ ਦੇ ਪਾਣੀ ਜਿੰਨੇ ਵੀ ਉਸ ਰੇਡੀਅਸ ਦੇ ਵਿੱਚ ਇਲਾਕਾ ਹੈਗਾ ਉਹਦੇ ਪਾਣੀ ਨੂੰ, ਪੀਣ ਵਾਲਾ ਪਾਣੀ ਦੂਸ਼ਿਤ ਕਰਤਾ। ਹੁਣ ਤੁਸੀਂ ਸੋਚੋ ਵੀ ਜੇ ਸਾਡੇ ਕੋਲ ਪੀਣ ਵਾਲਾ ਪਾਣੀ ਹੀ ਨਹੀਂ ਹੈ ਤਾਂ ਅਸੀਂ ਕਰਨੀ ਕੀ ਹੈ? ਇਹ ਜਿਹੀਆਂ ਡਿਵੈਲਪਮੈਂਟ ਜਾਂ ਇਹ ਜਿਹੀਆਂ ਫੈਕਟਰੀਆਂ ਜਾਂ ਇਸ ਤਰ੍ਹਾਂ ਦੀ ਇੰਡਸਟਰੀ ਇਹ 'ਚ ਕੀ ਕਰਵਾਉਣਾ ਹੈ ਜੇ ਜ਼ਿੰਦਗੀ ਹੋਈ ਨਹੀਂ ਰਹੀ। ਸੋ ਜਿਹੜੀ ਅੱਜ ਆਰਡਰ ਹੋਏ ਹੈ, ਮਤਲਬ ਵੀ ਸਾਰੀਆਂ ਡਿਸਟਿਲਰੀਆਂ ਦੀ ਜਾਂਚ ਕਰੋ। ਅੱਜ ਅਸੀਂ 23 'ਚ ਖੜੇ ਹਾਂ, 2023, ਔਰ 2008 ਪਹਿਲਾਂ ਵੀ ਇਹ ਇਸ਼ੂ ਆਇਆ। ਮੈਂ ਉਦੋਂ ਵੀ ਕਿਹਾ ਸੀਗਾ ਕਿ 2008 'ਚ ਜਦੋਂ ਇਹ ਇਸ਼ੂ ਆਇਆ ਸੀ ਵਿਧਾਨ ਸਭਾ ਦੇ ਵਿੱਚ ਤਾਂ ਬਹੁਤ ਬਹਿਸ ਹੋਈ ਸੀ। ਉਦੋਂ ਤੁਹਾਡੀ ਤਰਨਤਾਰਨ ਵਾਲੀ ਫੈਕਟਰੀ ਦੇ ਉੱਤੇ ਹੋਈ ਸੀ। ਜਿਹੜਾ ਤਰਨਤਾਰਨ ਵਾਲੀ ਫੈਕਟਰੀ ਹੈ ਉਹਦਾ ਇਸ਼ੂ ਉਠਾਇਆ ਗਿਆ ਸੀਗਾ ਤੇ ਕਿਹਾ ਗਿਆ ਸੀ ਵੀ ਇਹ ਬੋਰਿੰਗ ਕਰਕੇ ਜਿਹੜਾ ਪਾਣੀ ਹੈਗਾ ਉਹ ਧਰਤੀ ਦੇ ਵਿੱਚ ਪਾ ਰਹੇ ਹੈ, ਜਿਹਦੇ ਕਰਕੇ ਆਲਾ ਦੁਆਲਾ ਜਿਹੜਾ ਹੈਗਾ ਖਰਾਬ ਹੋ ਗਿਆ। ਸਪੈਸ਼ਲ ਇੱਕ ਵਿਧਾਨ ਸਭਾ ਦੀ ਕਮੇਟੀ ਸਾਰੀ ਪੋਲੀਟੀਕਲ ਪਾਰਟੀਆਂ ਦੀ ਮਿਲਾ ਕੇ ਇੱਕ ਕਮੇਟੀ ਬਣੀ ਔਰ ਉਹਨੇ ਕੱਲੀ ਡਿਸਟਿਲਰੀ ਦੀ ਜਾਂਚ ਕੀਤੀ ਔਰ ਕਿਸ ਦੇ ਵਿੱਚ ਕੀ ਨੁਕਸ ਪਾਇਆ ਗਿਆ ਉਹਦੀ ਵੀ ਰਿਪੋਰਟ ਜਿਹੜੀ ਹੈਗੀ ਹੈ ਉਹ ਇੱਥੇ ਦਿੱਤੀ। 28 ਪੇਜਾਂ ਦੀ ਰਿਪੋਰਟ ਹੈ। ਉਹ ਅੱਜ ਵੀ ਮੈਨੂੰ ਲੱਗਦਾ ਕਿ ਵਿਧਾਨ ਸਭਾ ਦੀ ਰੈਕਾਂ ਦੇ ਵਿੱਚ ਧੂਲ ਹੀ ਫਾਂਕ ਰਹੀ ਹੈ। ਬਹੁਤ ਧੂਲ ਚੜ ਗਈ ਹੋਣੀ ਉਹਦੇ ਉੱਤੇ, ਕਿਉਂਕਿ ਉਸ ਤੇ ਕੁਝ ਹੋਇਆ ਤਾਂ ਹੈ ਨਹੀਂ। ਜੇ ਉਸ ਕਮੇਟੀ ਦੀ ਰਿਪੋਰਟ ਨੂੰ ਸੀਰੀਅਸਲੀ ਲੈ ਕੇ ਉਸ ਤੇ ਕਾਰਵਾਈ ਕੀਤੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਅੱਜ ਨਾ ਤਾਂ ਜੀਰੇ ਵਾਲਿਆਂ ਨੂੰ ਉੱਥੇ ਬੈਠਣਾ ਪੈਣਾ ਸੀਗਾ ਤੇ ਨਾ ਹੀ NGT ਨੂੰ ਇਹ ਡਿਸੀਜਨ ਲੈਣਾ ਪੈਣਾ ਸੀਗਾ ਕਿ ਤੁਸੀਂ ਸਾਰੀਆਂ ਫੈਕਟਰੀਆਂ ਦੀ ਜਾਂਚ ਕਰੋ। ਇਹ ਬਹੁਤ ਸੀਰੀਅਸ ਮਾਮਲਾ ਹੈ। ਕੱਲਾ ਫੈਕਟਰੀਆਂ ਨਹੀਂ, ਤੁਸੀਂ ਜਿੰਨੇ ਵੀ ਵੱਡੇ ਸ਼ਹਿਰ ਨੇ ਉਹਨਾਂ ਦੇ ਜਿਹੜੇ ਸੈਟੇਲਾਈਟ ਟਾਊਨਸ ਨੇ ਉਹਨਾਂ ਦੀ ਜਿੰਨੀਆਂ ਕਲੋਨੀਜ਼ ਬਣੀਆਂ ਨੇ ਤੁਸੀਂ ਉਹਨਾਂ ਦਾ ਹੀ ਜਾਂਚ ਲਓ। ਕਿਸੇ ਦਾ ਵੀ ਇੱਕ ਰੈਂਡਮਲੀ ਇਹ ਚੈੱਕ ਕਰ ਲਓ ਵੀ ਉਹਦਾ ਸੀਵੇਜ ਦਾ ਪਾਣੀ ਕਿੱਥੇ ਜਾ ਰਿਹਾ ਹੈ। ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਕਿ ਅਸੀਂ ਆਪਣੇ ਲੋਕਾਂ ਨੂੰ ਖੁਦ ਹੀ ਮਾਰਨ ਤੇ ਤੁਲੇ ਹੋਏ ਹਾਂ। ਸਾਰਾ ਪਾਣੀ ਜਿਹੜਾ ਹੈਗਾ ਉਹ ਬੋਰ ਕਰਕੇ ਜਿਹੜਾ ਹੈਗਾ ਉਹ ਜ਼ਮੀਨ ਦੇ ਵਿੱਚ ਪਾਇਆ ਜਾ ਰਿਹਾ ਹੈ। ਜ਼ਮੀਨ ਦਾ ਪਾਣੀ ਜਿਹੜਾ ਬਿਲਕੁਲ ਦੂਸ਼ਿਤ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਤੁਸੀਂ
ਜਿੰਨੇ ਵੀ, ਚਾਹੇ ਹੈਪੇਟਾਈਟਸ ਦੇ ਕੇਸ ਦੇਖ ਲਓ, ਚਾਹੇ ਲੀਵਰ ਫੇਲੀਅਰ ਦੇ ਕੇਸ ਦੇਖ ਲਓ, ਚਾਹੇ ਤੁਸੀਂ ਕਿਡਨੀਆਂ ਦੇ ਫੇਲੀਅਰ ਦੇ ਕੇਸ ਦੇਖ ਲਓ, ਡੇ ਬਾਈ ਡੇ ਵਧੀ ਜਾ ਰਹੇ ਨੇ। ਅਸੀਂ ਗੱਲਾਂ ਤਾਂ ਕੈਂਸਰ ਦੀਆਂ ਕਰਦੇ ਹਾਂ ਕਿਉਂਕਿ ਕੈਂਸਰ ਬਹੁਤ ਸਾਨੂੰ ਲੱਗਦਾ ਕਿ ਬਹੁਤ ਵੱਡੀ ਬਿਮਾਰੀ ਹੈ ਤੇ ਇਸ ਕਰਕੇ ਕੈਂਸਰ ਬਹੁਤ ਲੋਕਾਂ ਨੂੰ ਲੱਗਦਾ ਖਤਰਨਾਕ ਹੈ, ਲੇਕਿਨ ਉਸ ਤੋਂ ਜ਼ਿਆਦਾ ਖਤਰਨਾਕ ਆ ਲੀਵਰ ਕਿਡਨੀਆਂ ਦੀ ਵੀ ਬਿਮਾਰੀਆਂ ਨੇ। ਤੁਸੀਂ ਡਾਟਾ ਲਓ ਪੀਜੀਆਈ ਵਾਲਿਆਂ ਤੋਂ ਕਿ ਉਹਨਾਂ ਕੋਲ ਕਿੰਨਾ ਪੇਸ਼ੈਂਟ ਜਿਹੜਾ ਪਿਛਲੇ ਸਾਲਾਂ 'ਚ ਵਧਿਆ, ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਜਾਏਗਾ। ਤੇ ਕਿਵੇਂ ਵਧਿਆ, ਇਸ ਗੱਲ ਦਾ ਤਾਂ ਅੰਦਾਜ਼ਾ ਫਿਰ ਲਗਾਉਣਾ ਕੋਈ ਔਖਾ ਹੈ ਹੀ ਨਹੀਂਗਾ ਕਿ ਇਹ ਵਧਿਆ ਕਿਉਂ ਹੈ। ਜੀ ਬਿਲਕੁਲ ਠੀਕ ਹੈ, ਔਰ ਇਹ ਬੜਾ ਸੈਂਸਿਟਿਵ ਮਾਮਲਾ, ਇੱਥੇ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਪਰ ਕੌਣ ਪ੍ਰਵਾਹ ਕਰਦਾ ਇੱਥੇ? ਭਾਸਕਰ ਸਾਹਿਬ, ਆਖਰ ਦੇ ਵਿੱਚ ਮੈਂ ਚਾਹੂੰਗਾ ਕਿ 3 ਅਹਿਮ ਵਿਅਕਤੀਆਂ ਦੇ ਬਾਰੇ 'ਚ ਜੋ ਅੱਜ ਕੱਲ੍ਹ ਚਰਚਾ ਹੈ, ਸਭ ਤੋਂ ਨੰਬਰ 1 ਤੇ ਚਰਚਾ ਹੁੰਦੀ ਹੈ ਸੁਖਪਾਲ ਸਿੰਘ ਖਹਿਰਾ। ਵੈਸੇ ਤਾਂ ਇਹ ਬਰਾਬਰ ਦੀ ਚਰਚਾ 'ਚ ਹੈ, ਪਰ ਸੁਖਪਾਲ ਸਿੰਘ ਖਹਿਰਾ ਨੂੰ ਲੋਕਾਂ ਦਾ ਸਮਰਥਨ ਮਿਲਿਆ, ਮਨਪ੍ਰੀਤ ਬਾਦਲ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲਿਆ। ਈਵਨ ਪੋਲੀਟੀਕਲ ਪਾਰਟੀਆਂ ਦਾ ਵੀ, ਜਾਖੜ ਸਾਹਿਬ ਤੋਂ ਛੁੱਟ ਹੋਰ ਕੋਈ ਬਹੁਤੇ ਉਹਨਾਂ ਦੇ ਹੱਕ 'ਚ ਬਿਕਰਮ ਮਜੀਠੀਆ ਨੂੰ ਛੱਡ ਕੇ ਜ਼ਿਆਦਾ ਲੋਕ ਨਹੀਂ ਆਏ। ਔਰ ਤੀਜਾ ਮਾਮਲਾ ਕੱਲ ਜਰਨੈਲ ਸਿੰਘ ਵਾਹਦ ਦਾ ਹੈ, ਔਰ ਇਹ ਤੁਹਾਡੇ ਬਿਲਕੁਲ ਏਰੀਏ ਦਾ ਮਾਮਲਾ। ਕੱਲ ਅਸੀਂ ਉਹਨਾਂ ਦੀ ਤਸਵੀਰ ਤੇ ਉਜਰਜਾਰ ਕੀਤਾ ਸੀਗਾ। ਇਹ ਹੋਰ ਵੀ ਬਾਅਦ ਦੇ ਵਿੱਚ ਜਿਹੜੇ ਵਪਾਰੀ ਸੀ ਤੇ ਇੰਦਰਪ੍ਰੀਤ ਜੀ ਜ਼ਿਕਰ ਕਰਨਗੇ, ਉਹਨਾਂ ਨੇ ਜਿਹੜੇ ਇੰਡਸਟਰੀਲਿਸਟ ਆ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਬਾਕੀ ਤੁਸੀਂ ਜਿਸ ਮਰਜ਼ੀ ਖਿਲਾਫ ਜੋ ਵੀ ਕਾਰਵਾਈ ਕਰਨੀ ਕਰੋ। ਜਰਨੈਲ ਸਿੰਘ ਵਾਹਦ ਦੇ ਉੱਤੇ ਜੋ ਐਲੀਗੇਸ਼ਨ ਨੇ ਬੜੇ ਸੀਰੀਅਸ ਨੇ, ਲੇਕਿਨ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਇਹਨਾਂ ਤਿੰਨਾਂ ਮਾਮਲਿਆਂ 'ਚ। ਵੈਸੇ ਤੁਸੀਂ ਦੱਸ ਰਹੇ ਸੀਗੇ ਕਿ ਪਹਿਲਾਂ ਇੱਥੇ ਵੀ ਅਕਾਲੀਆਂ ਦਾ ਮਨ ਸੀ ਕੋਈ ਘਰਾਓ ਕਰੀਏ, ਪਰ ਲੋਕਲ ਬੰਦੇ ਵੀ ਨਹੀਂ ਮੰਨੇ। ਸੋ ਤੁਸੀਂ ਇਹ ਤਿੰਨਾਂ ਮਾਮਲਿਆਂ 'ਚ ਸੁਖਪਾਲ ਖਹਿਰਾ, ਮਨਪ੍ਰੀਤ ਬਾਦਲ ਔਰ ਵਾਹਦ ਦੇ ਮਾਮਲੇ 'ਚ ਇੱਕ ਛੋਟੀ ਛੋਟੀ ਝਾਤ ਪਵਾ ਦਿਓ। ਜਿੱਥੇ ਤੱਕ ਗੱਲ ਸੁਖਪਾਲ ਸਿੰਘ ਖਹਿਰਾ ਦੀ ਹੈ, ਪੰਜਾਬ ਦੇ ਵਿੱਚ ਰਾਜਨੀਤੀ ਗਰਮਾ ਗਈ। ਕਾਂਗਰਸੀਆਂ ਨੂੰ ਇੱਕ ਹੋਰ ਮੌਕਾ ਮਿਲਿਆ ਜਿਸ ਮੁੱਦੇ ਦੇ ਉੱਤੇ ਪ੍ਰਦਰਸ਼ਨ ਜਾਂ ਇਕੱਠੇ ਹੋ ਕੇ ਉਹ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਸਕਣ। ਇੱਕ ਨੈਰੇਟਿਵ ਸੈੱਟ ਕੀਤਾ ਗਿਆ ਕਿ ਸਾਡੇ ਪੰਜਾਬ ਦੇ ਉਸ ਲੀਡਰ, ਉਸ ਐਮਐਲਏ ਸੁਖਪਾਲ ਸਿੰਘ ਖਹਿਰਾ ਜਿਹੜਾ ਸਰਕਾਰ ਦੇ ਅਗੇਂਸਟ ਬਹੁਤ ਵੋਕਲ ਹੈ, ਉਹਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਝੂਠਾ ਕੇਸ ਪਾਇਆ ਜਾ ਰਿਹਾ ਹੈ। ਉਸ ਕੇਸ ਦੇ ਉੱਤੇ ਸਰਕਾਰ ਨੇ ਵੀ ਆਪਣਾ ਨੈਰੇਟਿਵ ਇਨਡਾਇਰੈਕਟਲੀ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਸੁਖਪਾਲ ਸਿੰਘ ਖਹਿਰਾ ਨੂੰ ਫੜ ਕੇ, ਕਿਉਂਕਿ ਉਹਨੂੰ ਫੜਨਾ ਬਣਦਾ ਹੈ, ਉਹ ਇੱਕ ਡਰੱਗ ਕੇਸ ਦੇ ਵਿੱਚ ਇਨਵੋਲਵ ਹੈ, ਉਹ ਇੱਕ ਤਰੀਕੇ ਨਾਲ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ। ਹਾਲਾਂਕਿ 2 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ ਕੀ ਨਿਕਲਿਆ ਉਹ ਹਜੇ ਤੱਕ ਸਾਹਮਣੇ ਨਹੀਂ ਆਈ ਗੱਲ। 7 ਦਿਨ ਦਾ ਹੋਰ ਪੁਲਿਸ ਰਿਮਾਂਡ ਮੰਗਿਆ ਸੀ, ਕੱਲ ਜਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜਤਾ। ਔਰ ਬਲਕਿ ਜਿਹੜੀ ਇਨਵੈਸਟੀਗੇਸ਼ਨ ਆਫੀਸਰ ਸੀਗਾ ਉਹਨੂੰ ਇਹ ਪੁੱਛਿਆ ਵੀ 8 ਸਾਲਾਂ ਦੇ ਵਿੱਚ ਤੁਸੀਂ ਇਹ ਕਾਲ ਡਿਟੇਲ, ਜਿਹੜੀ ਕਾਲ ਡਿਟੇਲ ਤੁਸੀਂ ਲੱਭਣ ਦੀ ਹੁਣ ਗੱਲ ਕਰ ਰਹੇ ਹੋ, ਹਜੇ ਤੱਕ ਲੱਭੀ ਨਹੀਂ। ਉਹਦੇ ਉੱਤੇ ਉਸ ਆਈਓ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਤੇ ਫਾਈਨਲੀ ਭੇਜ ਦਿੱਤਾ ਗਿਆ ਨਾਭਾ ਜੇਲ੍ਹ। ਨਾਭਾ ਜੇਲ੍ਹ, ਪਹਿਲੇ ਮੁਕਤਸਰ ਜੇਲ੍ਹ ਭੇਜਿਆ ਸੀਗਾ ਪਰ ਉੱਥੇ ਸਿਕਿਉਰਿਟੀ ਰਿਸਕ ਹੋਣ ਤੋਂ ਬਾਅਦ ਨਾਭਾ ਜੇਲ੍ਹ ਭੇਜ ਦਿੱਤਾ। ਹੁਣ ਕਾਂਗਰਸ ਨੇ ਇਸ ਮੁੱਦੇ ਦੇ ਉੱਤੇ ਆਪਣਾ ਅਗਲਾ ਐਕਸ਼ਨ ਪਲਾਨ ਵੀ ਰੈਡੀ ਰੱਖਿਆ ਹੈ। 3 ਤਰੀਕ ਨੂੰ ਡੀਜੀਪੀ ਸਾਹਿਬ, ਐਕਟਿੰਗ ਡੀਜੀਪੀ ਸਾਹਿਬ ਗੌਰਵ ਯਾਦਵ, ਉਹਨਾਂ ਨੂੰ ਘੇਰਨ ਦਾ ਜਾਂ ਉਹਨਾਂ ਦੇ ਘਰ ਜਾਂ ਦਫ਼ਤਰ ਨੂੰ ਘੇਰਨ ਦਾ ਇੱਕ ਪਲਾਨ ਬਣਾਇਆ ਗਿਆ ਕਾਂਗਰਸ ਦੀ ਤਰਫੋਂ। ਔਰ ਦੂਜੇ ਪਾਸੇ ਇਸ ਨੈਰੇਟਿਵ ਨੂੰ ਨੈਸ਼ਨਲ ਲੈਵਲ ਤੇ ਕਿੱਦਾਂ ਲੈ ਕੇ ਜਾਣਾ। ਪਿਛਲੇ ਦਿਨਾਂ ਦੇ ਵਿੱਚ ਖੜਗੇ ਸਾਹਿਬ ਦਾ ਬਿਆਨ ਆਇਆ ਸੀ ਕਿ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਖਹਿਰੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਅਸੀਂ ਇਹ ਟੋਲਰੇਟ ਨਹੀਂ ਕਰਾਂਗੇ ਤੇ ਅਸੀਂ ਇਸ ਮੁੱਦੇ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ, ਡਿਸਕਸ ਕਰਾਂਗੇ। ਪਰ ਇਸ ਨੈਰੇਟਿਵ ਦੇ ਉੱਤੇ ਪੰਜਾਬ ਦੇ ਲੀਡਰ ਖੜੇ ਨੇ, 2-4 ਲੀਡਰ ਹੈਗੇ ਨੇ ਜੋ ਇਸ ਮੁੱਦੇ ਦੇ ਉੱਤੇ ਖਹਿਰਾ ਦੀ ਹੀ ਆਪਣੀ ਵੀਡੀਓ ਜਾਰੀ ਕਰਕੇ, ਜਿਹਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਜਦ ਫੜਿਆ ਗਿਆ ਸੀ ਤੇ ਖਹਿਰੇ ਉਹਨਾਂ ਦਾ ਇੱਕ ਬਿਆਨ ਸੀਗਾ ਕਿ ਅਸੀਂ ਕਿਸੇ ਇੰਡੀਵਿਜੂਅਲ ਦੀ ਪ੍ਰੋਟੈਕਸ਼ਨ ਵਾਸਤੇ ਜਾਂ ਉਹਦੇ ਫੜੇ ਜਾਣ ਦੇ ਮੁੱਦੇ ਦੇ ਉੱਤੇ ਕੋਈ ਐਜੀਟੇਸ਼ਨ ਨਾ ਕਰੀਏ, ਬਲਕਿ ਸਰਕਾਰ ਨੂੰ ਮੁੱਦਿਆਂ ਦੇ ਉੱਤੇ ਘੇਰੀਏ। ਇਹ ਵੀ ਗੱਲ ਕਾਂਗਰਸ ਦੇ ਅੰਦਰ ਚੱਲਦੀ ਹੈ ਕਿ ਵੀ ਸਿਰਫ ਖਹਿਰੇ ਦੇ ਮੁੱਦੇ ਦੇ ਉੱਤੇ ਹੀ ਜਾਂ ਉਹਨੂੰ ਬਚਾਉਣ ਦੇ ਵਾਸਤੇ ਐਜੀਟੇਸ਼ਨ ਕਰਨ ਦੀ ਲੋੜ ਨਹੀਂ ਹੈ। ਮੁੱਦੇ ਪੰਜਾਬ ਦੇ ਵਿੱਚ ਹੋਰ ਵੀ ਹੈਗੇ, ਉਹਨਾਂ ਮੁੱਦਿਆਂ ਦੇ ਉੱਤੇ ਵੀ ਐਜੀਟੇਸ਼ਨ ਕਰਨਾ ਚਾਹੀਦਾ ਹੈ। ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਨਿਕਲ ਕੇ ਆਈ ਸੀ, ਇੱਕ ਕੈਸ਼ ਟ੍ਰਾਂਜੈਕਸ਼ਨ, ਲੱਖਾਂ ਦੀ ਟ੍ਰਾਂਜੈਕਸ਼ਨ ਸੀਗੀ, ਉਹ ਉਸ ਐਕਿਊਜ਼ਡ ਔਰ ਖਹਿਰੇ ਦੇ ਵਿੱਚ ਹੋਈ ਹੈ। ਲੇਕਿਨ ਹਜੇ ਤੱਕ ਦੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਾ ਤੇ ਕੋਰਟ ਦੇ ਵਿੱਚ ਇਹ ਗੱਲ ਦੱਸੀ ਗਈ, ਲੇਕਿਨ ਇਹ ਇਨਡਾਇਰੈਕਟਲੀ ਇੱਕ ਤਰੀਕੇ ਨਾਲ ਫੈਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਕਿ ਇੱਦਾਂ ਦੀ ਕੋਈ ਕੈਸ਼ ਟ੍ਰਾਂਜੈਕਸ਼ਨ ਹੈ ਜਿਹਦੇ ਉੱਤੇ ਖਹਿਰਾ ਉਹਨਾਂ ਨੂੰ ਸਪੋਰਟ ਕਰਨ ਵਾਲੇ ਔਰ ਖਹਿਰਾ ਉਹਨਾਂ ਦਾ ਮੂੰਹ ਬੰਦ ਹੋ ਜਾਏਗਾ ਜਦ ਉਹ ਟ੍ਰਾਂਜੈਕਸ਼ਨ ਡਿਟੇਲ ਉਹਨਾਂ ਦੇ ਸਾਹਮਣੇ ਰੱਖੀ ਜਾਏਗੀ। ਪਰ ਫਿਲਹਾਲ ਹਜੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਿਕਲ ਕੇ ਨਹੀਂ ਆਈ। ਦੂਜੇ ਪਾਸੇ ਬਠਿੰਡੇ ਵਾਲੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ, ਉਹਨਾਂ ਦੇ ਖਿਲਾਫ ਕੇਸ ਤੇ ਦਰਜ ਹੋ ਗਿਆ ਸੀਗਾ, ਹਜੇ ਤੱਕ ਭੱਜੇ ਹੋਏ ਨੇ ਔਰ ਕਾਫੀ ਸਾਰੇ ਸੂਬਿਆਂ ਦੇ ਵਿੱਚ ਰੇਡ ਪਾਉਣ ਤੋਂ ਬਾਅਦ ਹਾਰ ਕੇ
ਕੱਲ ਦਿੱਲੀ ਦੇ ਵਿੱਚ 7 ਠਿਕਾਣਿਆਂ ਦੇ ਉੱਤੇ ਵਿਜੀਲੈਂਸ ਦੇ ਮੁਲਾਜ਼ਮਾਂ ਨੇ ਰੇਡ ਪਾਈ ਹੈ, ਪਰ ਸਾਰੀ ਜਗ੍ਹਾ ਤੋਂ ਫਿਲਹਾਲ ਮਨਪ੍ਰੀਤ ਬਾਦਲ ਉਹਨਾਂ ਗਾਇਬ ਸੀਗੇ, ਉਹ ਮਿਲੇ ਨਹੀਂ। ਹਜੇ ਵੀ ਆਸ਼ੰਕਾ ਆਈ ਹੈ ਕਿ ਮਨਪ੍ਰੀਤ ਬਾਦਲ ਉਹਨਾਂ ਦਿੱਲੀ ਹੈ। ਪ੍ਰੈਸ਼ਰ ਪੂਰਾ ਹੈ ਕਿ 4 ਤਰੀਕ ਜਦ ਉਹਨਾਂ ਦੀ ਬੇਲ ਲੱਗੇਗੀ ਬਠਿੰਡਾ ਕੋਰਟ ਦੇ ਵਿੱਚ, ਉਸ ਤੋਂ ਪਹਿਲੇ ਮਨਪ੍ਰੀਤ ਬਾਦਲ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਹੈ। ਹੁਣ ਵੱਖਰੇ ਤਰੀਕੇ ਦੀ ਇਨਕੁਆਇਰੀ ਵੀ ਮਨਪ੍ਰੀਤ ਬਾਦਲ ਦੇ ਖਿਲਾਫ ਬਠਿੰਡੇ ਦੇ ਵਿੱਚ ਖੁੱਲ ਗਈ ਹੈ। ਜਿਹੜੇ ਉੱਥੇ ਕੋਵਿਡ ਦੇ ਟਾਈਮ ਵਿੱਚ ਇੱਕ ਕੋਵਿਡ ਸੈਂਟਰ ਸੁਸਾਇਟੀ ਦੇ ਜ਼ਰੀਏ ਖੋਲਿਆ ਗਿਆ ਸੀ, ਜਿਸ ਸੁਸਾਇਟੀ ਦੇ ਮੈਂਬਰ ਵੀ ਸੀ, ਹੈਡ ਵੀ ਸੀ ਮਨਪ੍ਰੀਤ ਬਾਦਲ ਦੇ ਸਾਲੇ ਜੈਜੀਤ ਜੋਲ। 41 ਲੱਖ ਦੀ ਗ੍ਰਾਂਟ ਬਤੌਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਉਹਨਾਂ ਨੇ ਉਸ ਸੁਸਾਇਟੀ ਨੂੰ ਦਿੱਤੀ ਸੀ। ਉਹਦੇ ਵਿੱਚ ਵੀ ਐਮਬੈਜ਼ਲਮੈਂਟ ਦਾ ਸ਼ੱਕ ਹੋਣ ਦੇ ਖਾਤਰ 3 ਮੈਂਬਰੀ ਕਮੇਟੀ ਡੀਸੀ ਸਾਹਿਬ ਨੇ ਬਣਾਤੀ ਹੈ ਵੀ ਕਰੋ ਇਨਵੈਸਟੀਗੇਸ਼ਨ। 41 ਲੱਖ ਰੁਪਏ ਤੇ ਨਾਲੇ ਡੋਨੇਸ਼ਨ, ਜਿਹਦੇ ਵਿੱਚ ਹਰ ਚੀਜ਼ ਫ੍ਰੀ ਦਿੱਤੀ ਜਾਣੀ ਸੀ, ਉਹਦੇ ਪੈਸੇ ਕਿੱਦਾਂ ਲਿੱਤੇ ਗਏ, ਯਾਨੀ ਇਹ ਵੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ। ਔਰ ਜਿੱਥੇ ਤੱਕ ਉਹ 16 ਲੋਕਾਂ ਦੀ ਲਿਸਟ ਵਿਜੀਲੈਂਸ ਬਿਊਰੋ ਨੇ ਬਣਾਈ ਸੀ, ਉਹਦੇ ਵਿੱਚ 1-2 ਨਾਂ ਹੋਰ ਐਡ ਹੋ ਗਏ ਨੇ। ਇੱਕ ਐਸਐਚਓ ਬੜਾ ਦਬੰਗ ਐਸਓਚੀ ਸੀਗਾ ਔਰ ਮਨਪ੍ਰੀਤ ਉਹਨਾਂ ਦਾ ਬੜਾ ਖਾਸ ਸੀਗਾ, ਉਹਦਾ ਨਾਂ ਵੀ ਉਸ ਲਿਸਟ ਦੇ ਵਿੱਚ ਸ਼ਾਮਿਲ ਕਰ ਲਿੱਤਾ ਗਿਆ, ਕਿਉਂਕਿ ਐਸਐਸਪੀ ਸਾਹਿਬ ਵੀ ਜਦ ਕਦੀ ਉਹਨਾਂ ਨੂੰ ਕੰਮ ਕਹਿੰਦੇ ਸੀ ਨਾ ਉਸ ਐਸਐਚਓ ਨੂੰ, ਤੇ ਉਹ ਕਹਿ ਦਿੰਦਾ ਸੀ ਮੈਂ ਐਫਐਮ ਸਾਹਿਬ ਦੇ ਨਾਲ ਹਾਂ। ਔਰ ਉਹਦੇ ਵਿੱਚ ਉੱਤੇ ਵੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇੱਕ ਕਨਸਟੇਬਲ ਦੀ ਵੀ ਗੱਲ ਨਿਕਲ ਕੇ ਆ ਰਹੀ ਹੈ ਜਿਹਨੇ ਹਾਲ ਹੀ 'ਚ 1.5 ਕਰੋੜ ਦਾ ਘਰ ਬਣਾਇਆ ਸੀਗਾ। ਇਹ ਸਾਰੀ ਇਨਵੈਸਟੀਗੇਸ਼ਨਾਂ ਹੁਣ ਤੇਜ਼ੀ ਨਾਲ ਅੱਗੇ ਵਧ ਰਹੀਆਂ। ਕਨਕਲੂਡ ਕਦੋਂ ਹੁੰਦੀ ਹੈ, ਮਨਪ੍ਰੀਤ ਬਾਦਲ ਉਹਨਾਂ ਕਦੋਂ ਫੜੇ ਜਾਂਦੇ ਨੇ, 4 ਤਰੀਕ ਨੂੰ ਬੇਲ ਮਿਲਦੀ ਹੈ ਨਹੀਂ ਮਿਲਦੀ ਹੈ, ਇਹਨਾਂ ਗੱਲਾਂ ਦੇ ਉੱਤੇ ਬਠਿੰਡਾ ਦੇ ਵਿੱਚ ਹਰ ਚਾਹ ਦੀ ਦੁਕਾਨ ਤੇ ਚਰਚਾ ਹੋ ਰਹੀ ਹੈ। ਜੀ, ਆਖਰ ਦੇ ਵਿੱਚ ਇੰਦਰਪ੍ਰੀਤ ਜੀ ਜਿਹੜੀ ਗੱਲ ਭਾਸਕਰ ਸਾਹਿਬ ਤੋਂ ਲੈਣੀ ਹੈ ਕਿ ਉਹ ਅਕਾਲੀਆਂ ਨੇ ਇਹ ਸੋਚ ਕੇ ਵੀ ਵਾਹਦ ਦੇ ਇੱਕ ਜੁੱਧ ਜਿਹਾ ਛੇੜੀਏ, ਕੱਲ ਛੇੜਿਆ ਨਾ ਉੱਤੇ ਜਾਂਦੇ ਆ, ਪਰ ਵਾਹਦ ਨੂੰ ਜਿਸ ਤਰੀਕੇ ਨਾਲ ਫੜਿਆ ਗਿਆ, ਔਰ ਵੈਸੇ ਤਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਿਹੜੇ ਤੱਥ ਸਾਹਮਣੇ ਦਿੱਤੇ ਵਿਜੀਲੈਂਸ ਵੱਲੋਂ ਇਨਡਾਇਰੈਕਟ ਤਰੀਕੇ ਨਾਲ ਕਿ ਇਹਨਾਂ ਨੇ ਕਿਸਾਨਾਂ ਦੇ ਨਾਂ ਤੇ ਉਹਨਾਂ ਦੇ ਕਾਗਜ਼ਾਂ ਦੇ ਆਧਾਰ ਤੇ ਕਰਜ਼ੇ ਲੈ ਲਏ, ਧੋਖਾ ਧੜੀਆਂ, ਉਹਦੀ ਜ਼ਮੀਨ ਟਰਾਂਸਫਰ ਤੇ ਵੇਚਣ ਦਾ, ਉਹਨੂੰ ਉਹ ਸਾਰੀਆਂ ਗੱਲਾਂ ਇੱਕ ਵਾਰੀ ਸਾਂਝੀ ਪਾ ਦਿਓ, ਫਿਰ ਆਪਾਂ ਅੱਗੇ ਵਧਦੇ। ਹਰਿੰਦਰ ਸਾਹਿਬ, ਇਹੀ ਬੜੀ ਇੰਟਰਸਟਿੰਗ ਹੈ। ਇਹਦੇ 'ਚ 2 ਅਲੱਗ-ਅਲੱਗ ਖਬਰਾਂ ਆ ਰਹੀਆਂ ਨੇ। ਇੱਕ ਤਾਂ ਇਹ ਕਿ ਇਹਦੀ 291 ਕਿੱਲੇ ਕਨਾਲ ਜ਼ਮੀਨ ਜਿਹੜੀ ਸੀਗੀ ਉਹ ਕਿਸ ਤਰ੍ਹਾਂ ਮਤਲਬ ਨਾ ਤਾਂ ਅੱਗੇ ਦਿੱਤੀ ਜਾ ਸਕਦੀ ਸੀ, ਨਾ ਉਸ ਤੇ ਲੋਨ ਲਿੱਤਾ ਜਾ ਸਕਦਾ ਸੀਗਾ। ਉਹ ਜਿਹੜੀ ਇਹਦੇ ਨਾਂ ਤੇ ਟਰਾਂਸਫਰ ਹੋਈ ਹੈ ਉਹਦਾ ਮਾਮਲਾ ਹੈ, ਉਹ ਕਿਵੇਂ ਚਲੀ ਗਈ, ਉਹਦੇ ਨਾਂ ਤੇ ਲੋਨ ਵੀ ਖੜੇ ਨੇ, ਸਾਰਾ ਇਹ। ਤੇ ਇੱਕ ਖਬਰ ਆ ਰਹੀ ਹੈ ਕਿ ਹੋਰ 600 ਕਿਸਾਨਾਂ ਦੇ ਉੱਤੇ ਦੇ ਨਾਂ ਦੇ ਉੱਤੇ ਜਿਹੜੇ ਲੋਨ ਲਿੱਤੇ ਗਏ ਨੇ, ਔਰ ਇਹਨਾਂ ਦੀਆਂ ਜ਼ਮੀਨਾਂ ਇੱਥੇ ਜਿਹੜੀਆਂ ਨਾਲ ਲੱਗੀਆਂ ਹੋਈਆਂ ਨੇ ਮਿਲ ਦੇ ਨਾਂ ਤੇ, ਉਹ ਤੇ ਲੈ ਲਿਆ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਸਾਰੇ 3-3 ਲੱਖ ਰੁਪਏ ਦੇ ਕਰਜ਼ਾਈ ਹੋ ਗਏ ਆ। ਤੇ ਉਹ ਤਾਂ ਜਦੋਂ ਪਤਾ ਕਰਨ ਜਾ ਰਹੇ ਆ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ, ਇੱਕ ਤਾਂ ਇਹ ਆ ਰਿਹਾ ਸੀ ਕਿ ਮਿਲ ਉਹਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਦੇ ਰਹੀ ਹੈ, ਦੂਜਾ 3-3 ਲੱਖ ਰੁਪਏ ਉਹਨਾਂ ਦੇ ਉੱਤੇ ਖੜੇ ਹੋ ਗਏ। ਸੋ ਇਹ ਵੱਡਾ ਇੱਕ ਮਾਮਲਾ ਸੀ ਜਿਹਦੇ 'ਚ 40 ਕਰੋੜ ਰੁਪਏ ਦਾ ਜੋ ਵਿਜੀਲੈਂਸ ਨੇ ਕੱਲ ਭੇਜਿਆ ਸੀਗਾ ਸਾਰਾ, ਕਿ 40 ਕਰੋੜ ਦਾ ਮਾਮਲਾ ਹੈ ਜਿਹਦੇ 'ਚ ਉਹਨੂੰ ਫੜਿਆ ਗਿਆ। ਸਿਰਫ ਇੱਕ ਦਿੱਕਤ ਸੀ ਕਿ ਐਡੇ ਵੱਡੇ ਇੰਡਸਟਰੀਲਿਸਟ ਨੂੰ ਜਿਹੜਾ ਹੈਗਾ, ਜਿਸ ਤਰ੍ਹਾਂ ਦੀਆਂ ਫੋਟੋਆਂ ਦਿਖਾਈਆਂ ਗਈਆਂ, ਮੈਨੂੰ ਲੱਗਦਾ ਕਿ ਉਹ ਜਿਹੜੀ ਬਿਜ਼ਨਸ ਲੌਬੀ ਹੈ ਸਾਰੀ, ਇਹ ਇੰਡਸਟਰੀਲਿਸਟ ਨੇ ਜਿਹਨੇ, ਉਹਨਾਂ ਨੂੰ ਇਹ ਬਹੁਤ ਬੁਰਾ ਲੱਗ ਰਿਹਾ ਵੀ ਇਹ ਕੀ ਤਰੀਕਾ ਹੈਗਾ ਕਿਸੇ ਨੂੰ ਮਤਲਬ ਇਸ ਤਰ੍ਹਾਂ ਕਰਨ ਦਾ। ਅਗਰ ਕੁਝ ਨੇ ਕੀਤਾ ਹੈਗਾ ਤਾਂ ਉਹ ਆਰਥਿਕ ਅਪਰਾਧ ਹੈ, ਤੁਸੀਂ ਉਹਦੇ ਨਾਲ ਉਸ ਤਰ੍ਹਾਂ ਦਾ ਮਤਲਬ ਰਵੱਈਆ ਅਪਣਾਓ। ਲੇਕਿਨ ਇਹ ਜਿਹੜਾ ਜਿਸ ਤਰ੍ਹਾਂ ਫੋਟੋਆਂ ਜਾਰੀ ਕੀਤੀਆਂ ਉਹਨਾਂ ਦੇ ਫੈਮਿਲੀ ਮੈਂਬਰਸ ਦੀਆਂ ਵੀ, ਉਹ ਉਸ ਤੋਂ ਬਹੁਤ ਮਤਲਬ ਨਾਰਾਜ਼ ਨੇ। 1-2 ਮੇਰੇ CII ਦੇ ਜਾਂ PhD ਚੈਂਬਰਸ ਵਾਲੇ ਮੇਰੇ ਦੋਸਤ ਨੇ, ਉਹਨਾਂ ਨੇ ਜਿਹਨਾਂ ਨੂੰ ਫੋਨ ਕੀਤਾ ਕਿ ਇਹ ਇਸ ਤਰ੍ਹਾਂ ਅਗਰ ਤੁਸੀਂ ਅਪਰਾਧੀਆਂ ਨਾਲ ਕਰਾਂਗੇ ਤਾਂ ਮਤਲਬ ਕਿਸੇ ਇੰਡਸਟਰੀਲਿਸਟਾਂ ਨਾਲ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਕੋਈ ਆਉਣ ਦੀ ਫਿਰ ਕੋਈ ਬਹੁਤੀ ਸੰਭਾਵਨਾ ਹੈਗੀ ਹੈ। ਇੱਕ ਪਾਸੇ ਅੱਜ ਜਦੋਂ ਅਸੀਂ 142 ਕਰੋੜ ਰੁਪਏ ਦੇ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖ ਰਹੇ ਹਾਂ, ਤੇ ਦੂਜੇ ਪਾਸੇ ਇੱਕ ਇੰਡਸਟਰੀਲਿਸਟ ਦੀ ਇਸ ਤਰ੍ਹਾਂ ਕਰਕੇ ਫੋਟੋਆਂ ਆ ਰਹੀਆਂ ਨੇ, ਮੈਨੂੰ ਲੱਗਦਾ ਕਿ ਦੋਨੋਂ ਦਾ ਵਿੱਚ ਮਿਸਮੈਚ ਬਹੁਤ ਹੈ। ਆਰਥਿਕ ਅਪਰਾਧ ਦੇ ਉੱਤੇ ਕਿਸੇ ਨਾਲ ਵੀ ਅਗਰ ਜ਼ਿਆਦਤੀ ਕੀਤੀ ਗਈ ਹੈ ਤਾਂ ਉਹਨੂੰ ਸਜ਼ਾ ਕੋਰਟ 'ਚੋਂ ਦਿਵਾਉਣੀ ਹੀ ਚਾਹੀਦੀ ਹੈ, ਪਰ ਜਿਸ ਹਿਸਾਬ ਨਾਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾ ਰਹੀ ਹੈ, ਉਹ ਮੈਨੂੰ ਲੱਗਦਾ ਕਿ ਉਸ ਤੋਂ ਥੋੜਾ ਜਿਹਾ ਬਚਣਾ ਚਾਹੀਦਾ ਸੀ। ਰਿਕਵਰੀ ਤੁਸੀਂ ਕਰਾਓ, ਉਹਨੂੰ ਜੋ ਜਿੰਨਾ ਧਰਾਵਾਂ ਥੱਲੇ ਜਿੰਨੀ ਸਜ਼ਾ ਬਣਦੀ ਧੋਖਾਧੜੀ ਦੀ ਉਹ ਦਵਾਓ, ਕੇਸ ਨੂੰ ਤੁਸੀਂ ਸਟਰੋਂਗਲੀ ਪ੍ਰੋਸੀਡ ਕਰੋ, ਤੇ ਪਰ ਜਿੰਨੇ ਕਿਸੇ ਦੇ ਹੱਕ ਹਕੂਕ ਉਹ ਵੀ ਦਿਓ। ਮੈਨੂੰ ਲੱਗਦਾ ਹੋ ਸਕਦਾ ਇਹ ਵਿਜੀਲੈਂਸ ਦੇ ਉੱਪਰਲੇ ਅਧਿਕਾਰੀਆਂ ਦੇ ਧਿਆਨ ਤੋਂ ਪਰੇ ਥੱਲੇ ਫੋਟੋ ਸੈਸ਼ਨ ਹੋ ਗਿਆ ਹੋਵੇ, ਇਹ ਵੀ ਸੰਭਵ ਹੈ। ਜਾਂ ਸਰਕਾਰ, ਮੈਨੂੰ ਨਹੀਂ ਲੱਗਦਾ ਜਰਨੈਲ ਸਿੰਘ ਬਾਅਦ ਸਰਕਾਰ ਲਈ ਕੋਈ ਥ੍ਰੈਟ ਸੀ, ਇਹ ਤਾਂ ਵੱਡੇ ਆਗੂਆਂ ਨੂੰ ਥੋੜਾ ਜਿਹਾ ਜਲੀਲ ਕਰਨ ਲਈ ਸਿਆਸੀ ਤੌਰ ਤੇ ਬੰਦੇ ਆਰਡਰ ਦਿੰਦੇ ਹੁੰਦੇ ਆ,
ਹੁਣ ਭਾਸਕਰ ਸਾਹਿਬ, ਇਹ ਜਰਨੈਲ ਸਿੰਘ ਵਾਹਤ ਫਗਵਾੜੇ ਇਲਾਕੇ 'ਚ ਕਿੱਡਾ ਕੁ ਵੱਡਾ ਸਰਕਾਰ ਲਈ ਥ੍ਰੈਟ ਸੀ ਬਈ, ਜੇ ਆਪਾਂ ਵੇਖੀਏ ਵੀ ਸਰਕਾਰ ਨੇ ਕਰਾਇਆ ਤਾਂ? ਜਿੱਥੇ ਤੱਕ ਜਰਨੈਲ ਸਿੰਘ ਵਾਹਿਦ ਉਹਨਾਂ ਦੀ ਗੱਲ ਹੈਗੀ ਹੈ, ਅਕਾਲੀਆਂ ਦੇ ਵੱਡੇ ਲੀਡਰ ਸੀਗੇ, ਕਪੂਰਥਲਾ ਡਿਸਟ੍ਰਿਕਟ ਦੇ ਪ੍ਰਧਾਨ ਵੀ ਸੀਗੇ, ਸ਼ਾਇਦ ਹੁਣੇ ਵੀ ਸੀ ਔਰ ਪਹਿਲੇ ਤੇ ਰਹੇ ਵੀ ਹੋਏ ਨੇ। ਉਹਦੇ ਵਿੱਚ ਅਕਾਲੀਆਂ ਦਾ ਕੀ ਰਿਐਕਸ਼ਨ ਸੀਗਾ? ਨਹੀਂ ਹੁਣ ਤਾਂ ਨਹੀਂ, ਹੁਣ ਤਾਂ ਸੁਖਬੀਰ ਸਿੰਘ ਬਾਦਲ ਨੇ ਜਦੋਂ ਬਣਾਇਆ, ਹੁਣ ਤਾਂ ਨਹੀਂ ਮੇਰੇ ਖਿਆਲ ਇਹਨਾਂ ਨੂੰ ਬਣਾਇਆ, ਪਹਿਲਾਂ ਹੋਣਗੇ। ਹਾਂ, ਪਹਿਲੇ ਪ੍ਰਧਾਨ ਸੀਗੇ ਔਰ ਚਲਦੀ ਸੀਗੀ, ਬੜੇ ਬਾਦਲ ਸਾਹਿਬ ਦੇ ਬੜੇ ਕਲੋਜ਼ ਹੁੰਦੇ ਸੀ। ਔਰ ਜਦ ਵੀ ਬਾਦਲ ਸਾਹਿਬ ਫਗਵਾੜੇ ਵੱਲੋਂ ਲੰਘਦੇ ਸੀ ਨਾ, ਤੇ ਉਸ ਸ਼ੂਗਰ ਮਿਲ ਦੇ ਵਿੱਚ ਜਾ ਕੇ ਆਰਾਮ ਜ਼ਰੂਰ ਕਰਦੇ ਹੁੰਦੇ ਸੀਗੇ। ਉੱਥੇ ਕਹਿੰਦੇ ਬੜਾ ਵਧੀਆ ਇੱਕ ਰੂਮ ਵੀ ਬਣਿਆ ਹੋਇਆ ਜਿਹਦੇ ਵਿੱਚ ਬਾਦਲ ਸਾਹਿਬ ਆਨੰਦ ਲੈਂਦੇ ਸੀਗੇ, ਪੂਰੇ ਆਰਾਮ ਕਰਦੇ ਸੀਗੇ। ਹੁਣ ਗੱਲ ਹੈਗੀ ਹੈ ਕਿ ਵਾਹਦ ਸਾਹਿਬ ਦੇ ਫੜੇ ਜਾਣ ਤੋਂ ਬਾਅਦ, ਮੈਂ ਆਪਣੀ ਗੱਲ ਹੀ ਕਰਾਂ, ਛੱਡੋ ਤੁਸੀਂ, ਮੈਨੂੰ ਸਭ ਤੋਂ ਪਹਿਲੇ ਅਕਾਲੀਆਂ ਦੇ ਹੀ ਫੋਨ ਆਏ, ਇਹ ਗਿਆਨ ਦੱਸ ਕਿ ਤੁਹਾਨੂੰ ਪਤਾ ਲੱਗਿਆ ਵਾਹਦ ਫੜਿਆ ਗਿਆ। ਮੈਂ ਕਿਹਾ ਅੱਛਾ, ਮਤਲਬ ਕੀ ਕੇਸ ਹੈਗਾ? ਫਿਰ ਉਹਨਾਂ ਨੇ ਕੇਸ ਵੀ ਦੱਸਿਆ ਪੂਰੀ ਡਿਟੇਲ ਦੇ ਵਿੱਚ, ਤੇ ਨਾਲ ਇਹ ਵੀ ਦੱਸਿਆ ਕਿ ਸਾਨੂੰ ਫੋਨ ਆ ਰਹੇ ਨੇ ਵੱਡੇ ਲੀਡਰਾਂ ਦੇ ਕਿ ਵੀ ਇਸ ਮੁੱਦੇ ਦੇ ਉੱਤੇ ਧਰਨਾ ਕਰੋ, ਤੇ ਅਸੀਂ ਤੇ ਕਰਤਾ ਸਾਫ਼ ਨਾ ਕਿ ਵੀ ਇਸ ਮੁੱਦੇ ਦੇ ਉੱਤੇ ਆਪਾਂ ਧਰਨਾ ਦਿੰਦੇ ਹੋਏ ਚੰਗੇ ਨਹੀਂ ਲੱਗਦੇ। ਇੱਕ ਬੰਦਾ ਫਰਾਡ ਦੇ ਵਿੱਚ ਫੜਿਆ ਗਿਆ ਹੋਏ ਔਰ ਉਹਨੇ ਉਹ ਫਰਾਡ ਕੀਤਾ ਹੋਏ, ਕਿਉਂਕਿ ਐਦਾਂ ਦੇ ਜਿਹੜੇ ਇਕਨੋਮਿਕ ਆਫੈਂਸ ਹੁੰਦੇ ਨੇ, ਫਰਾਡ ਹੁੰਦੇ ਨੇ, ਉਹ ਕਾਗਜ਼ਾਂ ਦੇ ਉੱਤੇ ਪੂਰੇ ਡਿਟੇਲ ਦੇ ਵਿੱਚ ਸਾਬਤ ਹੋ ਰਹੇ ਹੁੰਦੇ ਨੇ। ਇਹਦੇ ਵਿੱਚ ਕੋਈ ਆਈਓ ਨੂੰ ਵੀ ਬਹੁਤੀ ਮੁਸ਼ੱਕਤ ਨਹੀਂ ਕਰਨੀ ਪੈਂਦੀ ਵੀ ਤੁਸੀਂ ਕੀਤਾ ਨਹੀਂ ਕੀਤਾ, ਉਹ ਤੇ ਕਾਗਜ਼ ਬੋਲ ਰਹੇ ਨੇ ਕਿ ਤੁਸੀਂ ਕੀਤਾ। ਔਰ ਉਸ ਤੋਂ ਬਾਅਦ ਹਾਂ, ਉਸ ਫੋਟੋ ਦੇ ਉੱਤੇ ਵੀ ਅਲੱਗ-ਅਲੱਗ ਰਿਐਕਸ਼ਨ ਆਇਆ। ਹਾਲਾਂਕਿ ਸਾਡੇ ਵਰਗੇ ਜਿਹੜੇ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਇੱਕ ਲੀਡਰ, ਔਰ ਬਹੁਤੀ ਨੈਗੇਟਿਵ ਇਮੇਜ ਵਾਹਿਦ ਸਾਹਿਬ ਦੀ ਕਦੀ ਵੀ ਨਹੀਂ ਰਹੀ, ਉਹ ਇੱਕ ਚੰਗੇ ਇਨਸਾਨ ਦੇ ਤੌਰ ਤੇ ਵੀ ਜਾਣੇ ਜਾਂਦੇ ਸੀਗੇ। ਪਰ ਅਗਰ ਉਹਨਾਂ ਨੇ ਕੋਈ ਇਕਨੋਮਿਕ ਅਫੈਂਸ ਕੀਤਾ ਤੇ ਇਸ ਤਰੀਕੇ ਚੋਰਾਂ ਵਰਗਾ ਉਹਨਾਂ ਦੀ ਮੂੰਹ ਤੇ ਰੁਮਾਲ ਲੈ ਕੇ ਫੋਟੋ ਜਿਹੜੀ ਛਾਪੀ ਸੀਗੀ, ਉਹ ਇੱਕ ਚੰਗਾ ਇੰਪ੍ਰੈਸ਼ਨ ਨਹੀਂ ਜਾਣਾ। ਪਰ ਇਸ ਮੁੱਦੇ ਦੇ ਉੱਤੇ ਵੀ ਤੁਸੀਂ ਇਹ ਦੇਖੋ ਕਿ ਜਿੱਦਾਂ ਕਹਿੰਦੇ ਆ ਨਾ ਕਿ ਵੀ ਬੰਦੇ ਦਾ ਬੰਦਿਆਂ ਵਾਰੀ, ਜਨਾਨੀ ਦਾ ਜਨਾਨੀ, ਜਨਾਨੀ ਦੀ ਜਨਾਨੀ ਵੈਰੀ, ਇੰਡਸਟਰੀਲਿਸਟਾਂ ਦਾ ਵੀ ਇੰਡਸਟਰੀਲਿਸਟ ਹੀ ਵੈਰੀ ਹੁੰਦਾ ਹੈ। ਔਰ ਬਹੁਤ ਸਾਰੇ ਇੰਡਸਟਰੀਲਿਸਟਾਂ ਦਾ ਇਸ ਗੱਲ ਦੇ ਉੱਤੇ ਫੋਨ ਆਇਆ ਕਿ ਇਹ ਦੇਖੋ ਇਹ ਵਧੀਆ ਕੀਤਾ ਇਹਨਾਂ ਨੇ ਕਿ ਵੀ ਏਦਾਂ ਕਰਕੇ ਫੋਟੋ ਖਿਚਾਈ ਹੈ। ਔਰ ਪਿਛਲੇ ਕੁਝ ਦਿਨ ਪਹਿਲੇ ਇੱਕ ਇੰਡਸਟਰੀਲਿਸਟ ਜਲੰਧਰ ਦਾ, ਉਹਨੇ ਇੱਕ ਕੰਪਲੇਂਟ ਕੀਤੀ ਕਿ ਉਹਦੇ ਤੋਂ ਫਿਰੌਤੀ ਮੰਗੀ ਗਈ ਹੈ। ਬਾਅਦ ਚੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਹੋਈ ਤੇ ਮਾਮਲਾ ਨਿਕਲਿਆ ਕੁੜੀਆਂ ਦਾ, ਯਾਨੀ ਉਹਦਾ ਕਿਸੇ ਦੇ ਨਾਲ ਕੋਈ ਚੱਕਰ ਚੁੱਕਰ ਸੀਗਾ। ਅਲਟੀਮੇਟਲੀ ਉਸ ਮੁੱਦੇ ਦੇ ਉੱਤੇ ਪੁਲਿਸ ਦੇ ਨਾਲ ਕੋਈ ਕੰਪਰੋਮਾਈਜ਼ ਜਿਹਾ ਹੋ ਗਿਆ। ਪਰ ਅੱਜ ਵੀ ਇੰਡਸਟਰੀਲਿਸਟ ਇਸ ਗੱਲ ਦਾ ਜ਼ਿਕਰ ਆਪਣੇ ਗਰੁੱਪਾਂ ਦੇ ਵਿੱਚ ਕਰਦੇ ਨੇ ਕਿ ਦੇਖੋ ਉਹਨੇ ਕੀ ਕੀਤਾ ਸੀਗਾ। ਮਤਲਬ ਸਾਰੀ ਗੱਲਾਂ ਦੇ ਉੱਤੇ ਆ ਸ਼ਰੀਕੇਬਾਜ਼ੀ ਜਿਹੜੀ ਹੁੰਦੀ ਹੈ ਨਾ, ਉਹ ਕੁਝ ਮਜ਼ਾ ਲੈਂਦੀ ਹੈ, ਕੁਝ ਇਸ ਗੱਲ ਦੇ ਉੱਤੇ ਰੋਸ਼ ਪ੍ਰਗਟ ਕਰਦੇ ਆ ਵੀ ਨਹੀਂ ਏਦਾਂ ਨਹੀਂ ਕਰਨਾ ਚਾਹੀਦਾ ਜੀ ਸਾਡਾ। ਤੇ ਦੇਖੋ ਖੈਰੇ ਸਾਹਿਬ ਨੂੰ ਜਿਸ ਤਰੀਕੇ ਨਾਲ ਫੜਿਆ, ਅਸੀਂ ਪੂਰੇ ਪੁਰਜੋਰ ਤਰੀਕੇ ਨਾਲ ਕਿਹਾ ਕਿ ਤਰੀਕਾ ਗਲਤ ਸੀਗਾ। ਅਸੀਂ ਆਪਣੀ ਗੱਲ ਦੇ ਵਿੱਚ ਇਹ ਜ਼ਰੂਰ ਕਿਹਾ ਕਿ ਖੈਰਾ ਉਹਨਾਂ ਦੋਸ਼ੀ ਨੇ ਨਿਰਦੋਸ਼ ਨੇ ਸਾਨੂੰ ਨਹੀਂ ਪਤਾ, ਪਰ ਜਿਸ ਤਰੀਕੇ ਨਾਲ ਫੜਿਆ ਗਿਆ ਉਹ ਤਰੀਕਾ ਗਲਤ ਸੀਗਾ। ਔਰ ਇੱਥੇ ਵੀ ਅਸੀਂ ਇਹੀ ਗੱਲ ਕਵਾਂਗੇ ਕਿ ਵਾਹਿਦ ਸਾਹਿਬ ਦੀ ਜਿਸ ਤਰੀਕੇ ਦੀ ਫੋਟੋ ਪਬਲਿਸ਼ ਹੋਈ ਉਹ ਤਰੀਕਾ ਗਲਤ ਸੀਗਾ। ਵਾਹਿਦ ਸਾਹਿਬ ਦੋਸ਼ੀ ਨੇ ਨਿਰਦੋਸ਼ ਨੇ ਉਹ ਤੇ ਖੈਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ, ਪਰ ਕਈ ਵਾਰ ਤਰੀਕੇ ਗਲਤ ਹੋਣ ਤੇ ਉਹਦੇ ਉੱਤੇ ਬੋਲਣਾ ਜ਼ਰੂਰੀ ਹੋ ਜਾਂਦਾ। ਜਿਹੜੀ ਗੱਲ ਵਾਦ ਸਾਹਿਬ ਦੀ ਆ, ਇਹ ਹੁਣ 2 ਟਰਮ ਘੱਟੋ ਘੱਟ ਪ੍ਰਕਾਸ਼ ਸਿੰਘ, 3 ਹੀ ਰਾਦਰ 3 ਟਰਮ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤਾਂ ਇਹਨਾਂ ਦੀ ਤੋਤੀ ਬੋਲਦੀ ਸੀ। ਸੋ ਇਸ ਕਰਕੇ ਬਹੁਤ ਸਾਰੇ ਇੰਡਸਟਰੀਲਿਸਟ ਜਿਨ੍ਹਾਂ ਦੇ ਕੰਮ ਫਸੇ ਹੋਣਗੇ ਜਾਂ ਜਿਨ੍ਹਾਂ ਨੂੰ ਕਿਤੇ ਕਿਤੇ ਸੇਕ ਲੱਗਿਆ ਹੋਊਗਾ ਜਾਂ ਇਸ ਸਾਂਝ ਦਾ ਨੁਕਸਾਨ ਹੋਇਆ ਹੋਊਗਾ ਤਾਂ ਉਹ ਤਾਂ ਚਟਕਾਰੇ ਲੈਣਗੇ। ਪਰ ਭਾਸਕਰ ਸਾਹਿਬ ਦਾ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋਇਆ, ਇਸ ਕਰਕੇ ਇਹਨਾਂ ਚਟਕਾਰੇ ਲੈਣ ਤੋਂ ਸਾਫ਼ ਇਨਕਾਰ ਕਰਤਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।